ਨਾਲ ਹੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। MP ਦੀ ਆਪਾਂ ਜਾਂਦੇ ਜਾਂਦੇ ਕਹਾਣੀ ਸੁਣੀ ਸੀ ਅਤੇ ਹੁਣ ਕਹਿੰਦੇ ਭਾਜਪਾ ਨੇ ਖਾ ਲਈ ਸਰਕਾਰ। ਸਮਝ ਲਓ ਕਿ ਤਕਰੀਬਨ ਚਿੱਠ ਦਿੱਤੀ ਆ। ਹੁਣ ਥੋੜ੍ਹੀਆਂ ਜਿਹੀਆਂ ਫਾਰਮੈਲਿਟੀਆਂ ਹੀ ਰਹਿ ਗਈਆਂ, ਖਾਨਾ ਪੂਰਤੀਆਂ ਹੀ ਰਹਿ ਗਈਆਂ, ਬਾਕੀ ਤੇ ਉਹਨਾਂ ਨੇ ਚਾਰੇ ਖਾਨੇ ਚਿੱਤ ਕਰ ਦਿੱਤਾ ਇਹਨਾਂ ਨੂੰ। ਤਾਂ ਖੈਰ ਇਸ ਵੇਲੇ ਜੋ ਕੁਛ ਵਾਪਰਿਆ ਉਹਨੂੰ ਮੈਂ ਤਫਸੀਲ ਪੂਰਵਕ ਤੁਹਾਡੇ ਜ਼ੇਰੇ ਨਜ਼ਰ ਕਰ ਦੇਣਾ ਕਿ ਅੱਜ ਮਤਲਬ ਕਿ ਵੈਸੇ ਤੇ ਰਾਤ ਤੋਂ ਹੀ, ਯਾਨੀ ਇੰਡੀਆ ਦੇ ਰਾਤ ਤੋਂ, ਤੁਹਾਡੇ ਕੱਲ ਸਵੇਰ ਤੋਂ ਹੀ ਕੰਮ ਸ਼ੁਰੂ ਹੋ ਗਿਆ ਸੀਗਾ। ਇਹਨਾਂ ਦੇ ਕੁਛ MLA ਜਿਹੜੇ ਸੀਗੇ ਉਹ ਚੱਲ ਗਏ ਸਨ ਬੰਗਲੌਰ ਦੇ ਵਿੱਚ, ਉਹਨਾਂ ਨੇ ਉੱਥੇ ਡੇਰੇ ਲਾ ਲਏ, ਆਪਣਾ ਡੰਡਾ ਡੇਰਾ ਪੱਟ ਲਿਆ ਉਹਨਾਂ ਨੇ ਇੱਥੋਂ। ਉਸ ਤੋਂ ਬਾਅਦ ਪਤਾ ਲੱਗ ਗਿਆ ਸੀਗਾ ਕਿ ਧਮਾਕਾ ਹੋਣ ਵਾਲਾ। ਫਿਰ ਜਿਹੜਾ ਜੋਤੀਰਾਦਿੱਤਿਆ ਸਿੰਧੀਆ ਉਹਨੇ ਅਸਤੀਫਾ ਦਿੱਤਾ ਔਰ ਪਹਿਲਾਂ ਉਸ ਤੋਂ ਸੋਨੀਆ ਗਾਂਧੀ ਦੇ ਨਾਲ ਮੀਟਿੰਗ ਹੋਈ। ਦੱਸਦੇ ਆ ਕਿ ਕਾਫੀ ਮਾਨ ਮਨਾਵਲ ਚੱਲਿਆ ਕਿ ਮੰਨ ਜਾ, ਪਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਰਾਜਨੇਤਾ ਇਸ ਤਰ੍ਹਾਂ ਇੱਕ ਟੀਚਾ ਮਿੱਥ ਲੈਂਦੇ ਆ ਔਰ ਖਾਸ ਤੌਰ ਤੇ ਉਦੋਂ ਜਦੋਂ ਉਹਨਾਂ ਨੂੰ ਦੂਸਰੇ ਪਾਸਿਓਂ ਹਰੀ ਝੰਡੀ ਹੁੰਦੀ ਹੈ ਤਾਂ ਫਿਰ ਉਹ ਕਦੇ ਵੀ ਬਾਜ਼ ਨਹੀਂ ਆਉਂਦੇ। ਜੋ ਉਹਨਾਂ ਨੇ ਮਿੱਥਿਆ ਹੁੰਦਾ, ਤਾਂ ਉਹਨੇ ਪਟਾਕਾ ਪਾ ਦਿੱਤਾ। ਉਹਨੇ ਆਪਣੇ ਟਵਿੱਟਰ ਹੈਂਡਲ ਤੋਂ ਆਪਣਾ ਅਸਤੀਫਾ ਪੋਸਟ ਕਰਕੇ ਸਾਰਿਆਂ ਨੂੰ ਦੱਸ ਦਿੱਤਾ ਕਿ ਮੈਂ ਚੱਲਿਆ ਵਾਂ। ਹਾਲਾਂਕਿ ਬਾਅਦ ਦੇ ਵਿੱਚ ਪੱਤਰਕਾਰਾਂ ਨੇ ਉਹਨੂੰ ਘੇਰਿਆ, ਪੁੱਛਿਆ ਵੀ, ਕਹਿੰਦਾ ਹੈਪੀ ਹੋਲੀ। ਹੁਣ ਪਤਾ ਨਹੀਂ ਕਿਹਨੂੰ ਹੈਪੀ ਹੋਲੀ ਕਹਿ ਰਿਹਾ ਸੀਗਾ, ਭਾਜਪਾ ਵਾਲਿਆਂ ਨੂੰ ਜਾਂ ਚਿੜਾ ਕੇ ਕਾਂਗਰਸੀਆਂ ਨੂੰ ਕਹਿ ਰਿਹਾ ਸੀ ਕਿ ਹੈਪੀ ਹੋਲੀ ਹੈ। ਤਾਂ ਉਸ ਤੋਂ ਬਾਅਦ ਫਿਰ ਸਿੰਧੀਆ ਸਮਰਥਕ ਜਿਹੜੇ 19 ਵਿਧਾਇਕ ਸੀਗੇ ਉਹਨਾਂ ਨੇ ਕਾਂਗਰਸ ਦਾ ਹੱਥ ਛੱਡ ਦਿੱਤਾ। ਇਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ 6 ਮੰਤਰੀ ਆ। ਕਿ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਡਾ ਵੱਡਾ ਇਹਨਾਂ ਦੇ ਨਾਲ, ਕਾਂਗਰਸੀਆਂ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਸਾ ਘਾਟ ਹੋ ਗਿਆ, ਜਾਂ ਕਹਿ ਲਓ ਕਿ ਕਿੱਡਾ ਵੱਡਾ ਖੋਰਾ ਲਾ ਦਿੱਤਾ ਭਾਜਪਾ ਨੇ ਕਿ ਇਹਨਾਂ ਦੇ 6 ਮੰਤਰੀ ਵੀ ਇਸ ਲਾਣੇ ਦੇ ਵਿੱਚ, ਜੋ ਕਿ ਭਾਰਤੀ ਜਨਤਾ ਪਾਰਟੀ ਵੱਲ ਚਲੇ ਗਿਆ, ਉਹਦੇ ਵਿੱਚ ਸ਼ਾਮਲ ਸਨ। ਤਾਂ ਤਿੰਨਾਂ ਨੇ ਤੇ ਅੱਜ ਮੈਨੂੰ ਲੱਗਦਾ ਕਿ ਆਫੀਸ਼ੀਅਲੀ ਪਾਰਟੀ ਵੀ ਜੁਆਇਨ ਕਰ ਲਈ ਆ। ਤਾਂ ਦੇਖੋ ਕਿਸ ਤਰ੍ਹਾਂ ਸਿਆਸਤ ਦੀ ਬਸਾਤ ਤੇ ਇੱਕ ਦੂਜੇ ਦੇ ਘੋੜੇ ਆ, ਪਿਆਦੇ ਆ ਜਿਹੜੇ ਉਹ ਕੰਮ ਕਰਦੇ ਆ। ਤਾਂ ਉਹ ਜਿਹੜੇ ਬੰਦੇ ਸੀਗੇ ਇਹਨਾਂ ਦੇ ਆਪਣੇ ਖਾਸ ਬੰਦੇ ਸੀ ਜੋਤੀਰਾਦਿੱਤਿਆ ਸਿੰਧੀਆ ਹੋਰਾਂ ਦੇ, ਤਾਂ ਉਹਨਾਂ ਨੇ ਫਟ ਨਾ ਸਿਰਫ ਅਸਤੀਫੇ ਦਿੱਤੇ ਬਲਕਿ ਇਹਨਾਂ ਦੇ 2-3 ਬੰਦੇ ਜਿਹੜੇ ਆ ਉਹ ਆਫੀਸ਼ੀਅਲੀ ਭਾਰਤੀ ਜਨਤਾ ਪਾਰਟੀ ਵੀ ਜੁਆਇਨ ਕਰ ਗਏ। ਚਲੋ ਅੱਗੇ ਚੱਲਦੇ ਆ। ਇਸ ਤੋਂ ਬਾਅਦ ਫਿਰ ਰਾਜਪਾਲ ਨੂੰ ਚਿੱਠੀ ਲਿਖਦੇ ਕਮਲਨਾਥ ਜੀ, ਕਹਿੰਦੇ ਕਿ 6 ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਜਾਵੇ। ਤਾਂ ਖੈਰ ਜਿਹੜੇ ਹੈਗੇ ਆ ਗਵਰਨਰ ਸਾਹਿਬ ਲਾਲਜੀ ਟੰਡਨ, ਉਹ ਛੁੱਟੀ ਤੇ ਸਨ। ਉਹਨਾਂ ਨੂੰ ਸ਼ਾਇਦ ਟੈਲੀਫੋਨ ਖੜਕਿਆ ਹੋਣਾ ਕਿ ਪਹੁੰਚੋ, ਹੁਣ ਤੁਹਾਡੀ ਲੋੜ ਪੈ ਗਈ ਜੇ। ਤਾਂ ਉਹਨਾਂ ਨੇ ਨਾਲ ਦੀ ਨਾਲ ਛੁੱਟੀਆਂ ਨੂੰ ਮਾਰੀ ਦੁਲੱਤੀ ਤੇ ਉਹ ਉਧਰ ਨੂੰ ਭੱਜ ਲੱਗੇ, ਕਹਿੰਦੇ ਕਿ ਆ ਜਾਓ ਭਾਈ ਹੁਣ ਆਪਾਂ ਨਿਬੇੜਦੇ ਹਾਂ, ਸਿਆਸੀ ਸੰਕਟ ਆ ਚੁੱਕਾ ਹੈ। ਫਿਰ ਇਸ ਤੋਂ ਇਲਾਵਾ ਅੱਜ ਕਾਂਗਰਸੀਆਂ ਨੇ ਵੀ ਆਪਣੇ ਵਿਧਾਇਕਾਂ ਦੀ ਮੀਟਿੰਗ ਕੀਤੀ। ਉਸ ਤੋਂ ਬਾਅਦ ਕੁਛ ਤੇ ਜਿਹੜੇ ਵਿਚਾਰੇ ਗੁੱਸਾ ਕੱਢਦੇ ਨਜ਼ਰ ਆਏ, ਖਿੱਚਦੇ ਨਜ਼ਰ ਆਏ, ਪਰ ਕੁਛ ਕਹਿੰਦੇ ਕਿ ਅਸੀਂ ਮਾਸਟਰ ਸਟ੍ਰੋਕ ਚੱਲਾਂਗੇ ਹਾਲੇ, ਮਤਲਬ ਕਿ ਜਿੱਦਣ ਫਲੋਰ ਟੈਸਟ ਹੋਊਗਾ ਉਦਣ ਕਮਲਨਾਥ ਕੋਈ ਮਾਸਟਰ ਸਟ੍ਰੋਕ ਖੇਲੂਗਾ ਤੇ ਉਸ ਤੋਂ ਬਾਅਦ ਫਿਰ ਪਤਾ ਖੁੱਲੇਗਾ ਕਿ ਕਿਹੜੇ ਪਾਸ ਤੋਂ ਲੜੀ ਆ। ਇਹ ਕਾਂਗਰਸੀਆਂ ਦਾ ਕਹਿਣਾ ਸੀਗਾ। ਉਹ ਹਾਲੇ ਵੀ ਸ਼ਾਇਦ ਉਮੀਦ ਲਾਈ ਬੈਠੇ ਕਿ ਚਮਤਕਾਰ ਕੋਈ ਹੋ ਜਾਊਗਾ। ਤਾਂ ਉਧਰ ਸਮਾਜਵਾਦੀ ਵਿਧਾਇਕ ਰਜੇਸ਼ ਸ਼ੁਕਲਾ ਜਿਹੜੇ ਆ, ਤੇ ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਵਿਧਾਇਕ ਜਿਹੜੇ ਸੰਜੀਵ ਕੁਸ਼ਵਾਹਾ, ਇਹ ਦੋਵੇਂ ਸ਼ਿਵਰਾਜ ਸਿੰਘ ਚੌਹਾਨ ਨੂੰ ਮਿਲੇ ਆ। ਤਾਂ ਤੁਸੀਂ ਇਹ ਵੀ ਅੰਦਾਜ਼ਾ ਲਾ ਲਓ ਕਿ ਜਿਹੜੇ ਦੂਸਰੀਆਂ ਪਾਰਟੀਆਂ ਦੇ, ਮਤਲਬ ਕਿ ਕਾਂਗਰਸ ਤੋਂ ਇਲਾਵਾ ਇਹਨਾਂ ਨੂੰ ਸਮਰਥਨ ਦੇ ਰਹੇ ਸਨ, ਉਹ ਵੀ 2 ਵਿਧਾਇਕ ਜਿਹੜੇ ਆ ਉਹ ਜਾ ਮਿਲੇ ਆ। ਕਿਹਨੂੰ? ਸ਼ਿਵਰਾਜ ਸਿੰਘ ਚੌਹਾਨ ਨੂੰ। ਸ਼ਿਵਰਾਜ ਸਿੰਘ ਚੌਹਾਨ ਕਿਹਨੂੰ ਮਿਲ ਕੇ ਆਇਆ? ਉਹ ਮਿਲ ਕੇ ਆਇਆ ਅਮਿਤ ਸ਼ਾਹ ਨੂੰ। ਤਾਂ ਨਾਲ ਦੀ ਨਾਲ ਹੀ ਫਿਰ ਜਿਹੜੇ ਹੈਗੇ ਆ ਸਿੰਧੀਆ ਸਾਹਿਬ, ਜੋਤੀਰਾਦਿੱਤਿਆ ਸਿੰਧੀਆ, ਤਾਂ ਉਹ ਵੀ ਪਹੁੰਚ ਜਾਂਦੇ ਆ ਨਰਿੰਦਰ ਮੋਦੀ ਦੇ ਕੋਲ। ਪਹੁੰਚ ਜਾਂਦੇ ਆ। ਤਾਂ ਇਹ ਸਾਰਾ ਘਟਨਾਕ੍ਰਮ ਜਿਹੜਾ ਤੇਜ਼ੀ ਦੇ ਨਾਲ ਉਹ ਫਿਰ ਸ਼ਾਮ ਵੱਲ ਵੱਧਦਾ। ਤਾਂ ਦੇਰ ਸ਼ਾਮ ਕਾਂਗਰਸ ਵੱਲੋਂ ਇੱਕ ਬਿਆਨ ਫਿਰ ਆਉਂਦਾ ਕਿ ਅਸੀਂ ਸਾਰਾ ਕੁਛ ਠੀਕ ਕਰ ਲਵਾਂਗੇ। ਤਾਂ ਉਹ ਠੀਕ ਕਿਸ ਤਰ੍ਹਾਂ ਕੀਤਾ ਜਾਊਗਾ ਉਹ ਦਵਾ ਬੂਟੀ ਨਹੀਂ ਦੱਸਦੇ ਕਿ ਜੋ ਕਾਂਗਰਸ ਇਸ ਵੇਲੇ ਸੱਟ ਖਾ ਬੈਠੀ ਆ, ਹੁਣ ਉਹਦੇ ਤੇ ਕਿਹੜੀ ਮੱਲਮ ਲਾਉਣਗੇ ਕਿ ਉਹ ਸੱਟ ਜਿਹੜੀ ਠੀਕ ਹੋ ਜਾਊਗੀ। ਤਾਂ ਬਹਰਹਾਲ ਦੇਖੋ ਇਹਦੇ ਵਿੱਚ ਹੁਣ ਜਿੰਨੇ ਮਰਜ਼ੀ ਕਾਰਨ ਗਿਣੀ ਜਾਈਏ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਜੋਤੀਰਾਦਿੱਤਿਆ ਸਿੰਧੀਆ
ਇਹਨਾਂ ਦੇ ਨਾਲ ਔਖਾ ਭਾਰਾ ਸੀ। ਔਖਾ ਭਾਰਾ ਇਸ ਗੱਲੋਂ ਸੀਗਾ ਕਿ ਉਹਨੂੰ ਮਨ ਚਾਹਿਆ ਮਾਣ ਸਤਿਕਾਰ ਉੱਥੇ ਨਹੀਂ ਸੀ ਮਿਲ ਰਿਹਾ। ਦੂਜੀ ਚੀਜ਼ ਇਹ ਆ ਕਿ ਉਹਨੇ ਫਿਰ ਵੀ ਸਾਲ ਸਵਾ ਸਾਲ ਕੱਢਿਆ, ਲਟਕਾਈ ਰੱਖਿਆ। ਹੁਣ ਇਹਨਾਂ ਦੇ ਬੰਦਿਆਂ 'ਚ ਕੋਈ ਕੰਡਾ ਹੀ ਹੈ ਨੀਗਾ। ਹੁਣ ਵੇਖੋ ਜਿੱਦਾਂ ਇਹਨਾਂ ਦੇ ਆਪਾਂ ਦੇਖਦੇ ਹੀ ਆ ਕਿ ਸੂਬੇ ਦੇ ਇੰਚਾਰਜ ਹੁੰਦੇ ਆ, ਜਿੱਦਾਂ ਇੱਥੇ ਵੀ ਇੱਕ ਬੀਬੀ ਲਾਈ ਹੋਈ ਆਸ਼ਾ ਕੁਮਾਰੀ ਇਹਨਾਂ ਦੇ ਪੰਜਾਬ 'ਚ, ਤਾਂ ਕੀ ਉਸ ਬੰਦੇ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਹਾਈ ਕਮਾਨ ਨੂੰ ਪੁੱਛੇ ਕਿ ਭਾਈ ਤੂੰ ਕੀ ਕਰ ਰਿਹਾ ਸੀਗਾ, ਉੱਥੇ ਹਾਲਾਤ ਇੰਨੇ ਵਿਗੜ ਖਤ ਹੋ ਗਏ। ਤਾਂ ਬਹਰਹਾਲ ਸਰਕਾਰ ਤੇ ਹੁਣ ਸੰਕਟ 'ਚ ਆਈ ਗਈ ਆ। ਉਹ ਗਣਿਤ ਤੁਹਾਨੂੰ ਪਤਾ ਹੀ ਆ ਕਿ ਜੇ ਮੰਨ ਲਓ 22 ਬੰਦਿਆਂ ਦੇ ਅਸਤੀਫੇ ਪਾ ਕੇ ਜਾਂ ਉਹਨਾਂ ਦੇ ਦਲ ਬਦਲੀ ਪਾ ਕੇ ਆਪਾਂ ਅੰਕ ਘਟਾ ਦਈਏ ਤਾਂ 28 ਤੋਂ ਕਿੰਨਾ ਰਹਿ ਗਿਆ? 228 ਤੋਂ ਆ ਗਿਆ 206। 230 ਕੁੱਲ ਸੀਟਾਂ ਨੇ, 228 ਰਹਿ ਗਈਆਂ ਤੇ 2 ਖਾਲੀ ਆ। ਤੇ 228 ਦੇ ਵਿੱਚੋਂ ਤੁਸੀਂ ਕੱਢ ਦਿਓ 22 ਜਾਣੇ ਰਹਿ ਗਏ, ਫਿਰ 206। 206 ਦੇ ਵਿੱਚੋਂ ਫਿਰ ਜੇ ਆਪਾਂ ਵੇਖੀਏ ਕਿ ਜਿਹੜਾ ਮੈਜੀਕਲ ਫਿਗਰ ਬਣੇਗਾ ਉਹ ਬਣੇਗਾ ਤਕਰੀਬਨ 104 ਦਾ। 104 ਦਾ ਤਾਂ ਭਾਜਪਾ ਦੇ ਕੋਲ ਕਿੰਨੇ ਆ ਆਲਰੇਡੀ? 107 ਆ। ਤੇ ਜਿਹੜੀ ਕਾਂਗਰਸ 114 ਤੇ ਉਹ ਕਿੰਨੇ ਤੇ ਆ ਗਈ? ਮੈਂ ਮੈਥ 'ਚ ਥੋੜਾ ਜਿਹਾ ਕਮਜ਼ੋਰ ਆ, ਮਾਫ ਕਰਨਾ। 22 ਵਿੱਚੋਂ ਘਟਾ ਲਓ, 22 ਘਟਾ ਲਓ, ਇਹ ਆ ਗਏ ਫਿਰ ਬਹੁਤ ਥੱਲੇ, ਲਗਭਗ ਮੇਰੇ ਖਿਆਲ ਦੇ ਨਾਲ 94 ਤੇ। ਤਾਂ ਤੁਸੀਂ ਇਹ ਵੇਖ ਲਓ ਕਿ ਇਹ ਪੈ ਗਏ 90 ਵਾਲੇ ਗੇੜ 'ਚ ਤੇ ਉਹ ਪਹੁੰਚ ਗਏ 100 ਵਾਲੇ ਗੇੜ ਦੇ ਵਿੱਚ। ਸਰਕਾਰ ਬਣ ਗਈ ਉਹਨਾਂ ਦੀ। ਆਹ ਜਿਹੜੇ ਬੰਦੇ ਆ ਜਿਨ੍ਹਾਂ ਨੇ ਅਸਤੀਫੇ ਦਿੱਤੇ ਆ, ਕੋਈ ਗੱਲ ਨਹੀਂ ਆ, ਇਹ ਅਸਤੀਫੇ ਤੋਂ ਬਾਅਦ ਫੇਰ ਇਲੈਕਸ਼ਨ ਲੜਨਗੇ ਜਦੋਂ ਜ਼ਿਮਨੀ ਚੋਣ ਹੋਊਗੀ। ਜ਼ਿਮਨੀ ਚੋਣ ਦੇ ਵਿੱਚ ਕੱਖ ਨਹੀਂ ਬਦਲਣਾ, ਨਾ ਇਹੋ ਰਹਿਣਗੇ, ਝੰਡਾ ਬਦਲ ਜੂਗਾ। ਅੱਗੇ ਪੰਜਾ ਚੱਕ ਕੇ ਲਗਾਇਆ ਸੀ, ਹੁਣ ਭਗਵਾਂ ਝੰਡਾ ਚੁੱਕ ਕੇ ਲਿਜਾਣਗੇ ਕਿ ਫੇਰ ਵੋਟ ਪਾ ਦਿਓ ਸਾਨੂੰ। ਤਾਂ ਲੋਕ ਸ਼ਾਇਦ ਫੇਰ ਇਹਨਾਂ ਨੂੰ ਵੋਟ ਪਾਉਣਗੇ। ਬਾਕੀ ਤੁਹਾਨੂੰ ਪਤਾ ਹੀ ਆ ਰਾਜਨੀਤੀ, ਇੰਡੀਆ ਦੀ ਰਾਜਨੀਤੀ ਹੈ ਜਿਹੜੀ, ਉਹ ਇੱਕ ਐਸੀ ਰਾਜਨੀਤੀ ਹੈ ਮੇਰੇ ਖਿਆਲ ਦੇ ਨਾਲ, ਜੇ ਕੋਈ ਰਾਜਨੀਤੀ ਤੇ PhD ਕਰਨੀ ਚਾਹੁੰਦਾ ਹੈ ਜਾਂ ਆਪਣੇ ਦੇਸ਼ ਦੇ ਵਿੱਚ ਇੱਕ ਇਨਕਲਾਬੀ ਰਾਜਨੀਤੀ ਦਾ ਉਹ ਨੀਂਹ ਪੱਥਰ ਰੱਖਣਾ ਚਾਹੁੰਦਾ ਤਾਂ ਉਹ ਬੰਦਾ ਇੱਥੇ ਇੰਡੀਆ 'ਚ ਆਵੇ, ਇਹਨਾਂ ਦੀ ਸਿਆਸਤ ਤੋਂ ਗੁਣ ਸਿੱਖੇ ਤਾਂ ਬਹੁਤ ਬਹੁਤ ਵੱਡੇ ਰਿਜ਼ਲਟ ਆਏਗਾ, ਬਹੁਤ ਕੁਛ ਸਿੱਖੇਗਾ। ਸੋ ਸਾਰੀ ਦੁਨੀਆ ਦੇ ਜਿਹੜੇ ਸਿਆਸਤਦਾਨ ਹੈ ਉਹਨਾਂ ਨੂੰ ਸਿੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਮੈਂਡੇਟ ਲੁੱਟਿਆ ਜਾਂਦਾ। ਤੁਸੀਂ ਬਾਕੀ ਗੱਲਾਂ ਹੀ ਛੱਡ ਦਿਓ, ਇਹ ਇਨਕਲਾਬੀ ਤਬਦੀਲੀ ਹੈ ਕਿ ਸਾਰਾ ਕੁਛ ਦਫਾ ਕਰੋ, ਕੋਈ ਵੋਟ ਪਾਵੇ, ਕੋਈ ਵੋਟਿੰਗ ਮਸ਼ੀਨਾਂ ਰੋਈ ਜਾਵੇ, ਕੋਈ ਬੈਲਟ ਪੇਪਰਾਂ ਨੂੰ ਪਿੱਟੀ ਜਾਵੇ, ਕੋਈ ਕੁਛ ਕਰ ਲਵੇ। ਜਦ ਆਈ ਤੇ ਆ ਗਏ ਤੇ ਫਿਰ ਕੁਛ ਨਹੀਂ ਬਚਣ ਦੇਣਾ। ਤਾਂ ਇਹ ਰਾਜਨੀਤੀ ਨਾ ਸਿਰਫ ਇੱਕ ਵਪਾਰ ਹੈ ਇੰਡੀਆ 'ਚ, ਬਲਕਿ ਇੱਕ ਬਹੁਤ ਹੀ ਗੰਦੀ ਖੇਡ ਬਣ ਚੁੱਕੀ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਭੱਦੀ ਖੇਡ। ਵਪਾਰ 'ਚ ਤਾਂ ਵੈਸੇ ਵੀ ਕਹਿੰਦੇ ਆ कि राजनीति एक व्यापार है, हर व्यापारी यहाँ होशियार है, मौका मिलने की बात लपकने को हर कोई तैयार है। सो जिथे मौका मिलता है ये लपक लेंदे आ। यही इस सियासत की अज की घड़ी दे विच सब तो बद सूरत बन गई आ कि जिताया किसी नूं किसी पार्टी की टिकट ते हुंदा है लोकां ने, पर वो बंदा जाके अपना दीन भी बेच दिंदा, ईमान भी बेच दिंदा, सारा समाज ही बेच दिंदा। जी वाकई छड्डदे कख नहीं है। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਟਰਾਂਜਿਸਟਰ ਬੰਬ ਕਾਂਡ ਦੇ ਫੈਸਲੇ ਵਿੱਚ ਜੱਜ ਨੇ ਪੜਤਾਲ ਨੂੰ ਦੋਸ਼ਪੂਰਨ ਦੱਸਿਆ। ਦੇਖੋ ਇਹ ਟਰਾਂਜੈਕਸ਼ਨ ਬੰਬ ਧਮਾਕੇ ਜਿਹੜੇ ਹੋਏ ਸੀ ਇਹਨਾਂ ਦੇ ਵਿੱਚ ਕਾਫੀ ਮੌਤਾਂ ਹੋਈਆਂ ਸਨ। ਮੇਰੇ ਖਿਆਲ ਦੇ ਨਾਲ ਤਕਰੀਬਨ 3-4 ਦਰਜਨ ਮੌਤਾਂ ਹੋਈਆਂ ਸੀਗੀਆਂ। ਮੈਨੂੰ ਐਗਜ਼ੈਕਟ ਗਿਣਤੀ ਯਾਦ ਨਹੀਂ ਹੈ, ਸ਼ਾਇਦ ਮੇਰੇ ਖਿਆਲ ਦੇ ਨਾਲ 40-45 ਮੌਤਾਂ, 49 ਦੇ ਕਰੀਬ ਸ਼ਾਇਦ ਮੌਤਾਂ ਹੋਈਆਂ ਸੀ। ਚਲੋ 4 ਦਰਜਨ ਦੇ ਕਰੀਬ ਆਪਾਂ ਲਾ ਲੈਂਦੇ ਹਾਂ। ਤਾਂ ਇਸ ਮਾਮਲੇ ਦੇ ਵਿੱਚ ਜਿੰਨੇ ਅਕਿਊਜ਼ਡ ਬਣਾਏ ਗਏ ਸਨ ਤਾਂ ਉਹਨਾਂ ਦੇ ਵਿੱਚੋਂ ਕੁਛ ਤੇ ਹਾਲੇ ਵੀ ਭਗੌੜੇ ਆ ਤੇ ਬਾਕੀ ਕੁਛ ਮਰ ਵੀ ਗਏ। ਤਾਂ ਜਿਹੜੇ ਦੂਸਰੇ ਬਚੇ ਸਨ 30 ਨੂੰ ਬਰੀ ਕਰ ਦਿੱਤਾ ਗਿਆ ਅਦਾਲਤ ਵੱਲੋਂ। ਤਾਂ ਜਦ ਹੁਣ ਜੱਜਮੈਂਟ ਲਿਖੀ ਗਈ, ਜਦ ਫੈਸਲਾ ਲਿਖਿਆ ਗਿਆ ਇਸ ਕੇਸ ਦੇ ਵਿੱਚ, ਹਾਲਾਂਕਿ ਮੌਤਾਂ ਹੋਈਆਂ, ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ ਇਨਸਾਫ ਕਦੇ ਨਹੀਂ ਮਿਲੇਗਾ ਹੁਣ, ਕਿਉਂਕਿ ਜਿਹੜੇ ਲੋਕ ਅਕਿਊਜ਼ਡ ਸਮਝੇ ਜਾਂਦੇ ਸਨ ਉਹਨਾਂ ਨੂੰ ਅਦਾਲਤ ਨੇ ਬਾਜ਼ਤ ਬਰੀ ਕਰ ਦਿੱਤਾ। ਤਾਂ ਇਹਦਾ ਮਤਲਬ ਕਿ ਅਸਲ ਦੋਸ਼ੀ ਹਾਲੇ ਵੀ ਦੂਰ ਨੇ। ਉਹ ਕੌਣ ਨੇ ਇਹ ਹੁਣ ਉਹੀ ਦੱਸ ਸਕਦੇ ਆ ਜਿਹੜੇ ਇਸ ਦੇਸ਼ ਨੂੰ ਚਲਾਉਣ ਵਾਲੇ ਏਜੰਸੀਆਂ ਹੀ ਦੱਸ ਸਕਦੀਆਂ ਨੇ, ਜਿਨ੍ਹਾਂ ਨੇ ਕੇਸ ਤਿਆਰ ਕੀਤੇ ਸਨ। ਤਾਂ ਬਹੁਤੇ ਸਿੱਖ ਸੀਗੇ, ਤਕਰੀਬਨ ਸਾਰੇ ਸਿੱਖ ਹੀ ਸੀਗੇ ਜਿਹੜੇ ਨਾਮਜ਼ਦ ਕੀਤੇ ਗਏ ਸਨ। ਤਾਂ ਹੁਣ ਜਦੋਂ ਇਹਨਾਂ ਨੂੰ ਛੱਡਿਆ ਗਿਆ, ਬਰੀ ਕੀਤਾ ਗਿਆ ਲਗਭਗ 35 ਸਾਲਾਂ ਬਾਅਦ, ਹਾਲਾਂਕਿ ਇਟਲੀ ਅਦਾਲਤ ਚੋਂ ਇਸ ਕੇਸ ਦਾ ਫੈਸਲਾ ਹੋਇਆ ਸੀਗਾ, ਬਰੀ ਕਰ ਦਿੱਤਾ ਗਿਆ ਸੀਗਾ, ਪਰ ਬਾਅਦ ਦੇ ਵਿੱਚ ਫਿਰ ਇਸ ਕੇਸ ਨੂੰ ਚੈਲੰਜ ਹੋਇਆ ਤਾਂ 35 ਸਾਲ ਬਾਅਦ ਕੋਰਟ ਨੇ ਇਹਨਾਂ ਨੂੰ ਛੱਡ ਦਿੱਤਾ।
ਤਾਂ ਹੁਣ ਇਸ ਮਾਮਲੇ ਦੇ ਵਿੱਚ ਜੋ ਜੱਜ ਦੀ ਜੱਜਮੈਂਟ ਆ ਉਹ ਬਹੁਤ ਕੁਝ ਲਿਖਦੀ ਆ। ਹੁਣ ਵੈਸੇ ਤੇ ਬਹੁਤ ਕੁਝ ਹੈ ਉਹਦੇ ਵਿੱਚ, ਪਰ 2-3 ਚੀਜ਼ਾਂ ਉਹਦੇ ਵਿੱਚ ਮਹੱਤਵਪੂਰਨ। ਇੱਕ ਤੇ ਆ ਕਿ ਇਹ ਦੋਸ਼ਪੂਰਨ ਮਤਲਬ ਕਿ ਸਾਰਾ ਕ੍ਰਾਈਮ ਸੀਗਾ। ਮਤਲਬ ਕਿ ਦੋਸ਼ਪੂਰਨ ਤੋਂ ਭਾਵ ਕੀ ਆ ਕਿ ਬਹੁਤ ਸਾਰੀਆਂ ਖਾਮੀਆਂ ਸਨ ਇਸ ਟ੍ਰਾਇਲ ਦੇ ਵਿੱਚ, ਕੇਸ ਦੇ ਵਿੱਚ, ਜੋ ਪੁਲਿਸ ਨੇ ਉੱਥੇ ਖੜਾ ਕੀਤਾ। ਦੂਸਰਾ ਕਿ ਇੱਕ ਪਾਸੜ ਇਸ ਮਾਮਲੇ ਨੂੰ ਕੀਤਾ ਗਿਆ। ਇੱਕ ਪਾਸੜ ਕਿਉਂ ਕੀਤਾ ਗਿਆ ਹੋਵੇਗਾ? ਉਸ ਸਮੇਂ ਮੋਦੀ ਨਹੀਂ ਸੀਗਾ ਮਾਫ ਕਰਨਾ। ਮੋਦੀ ਦੇ ਮਗਰ ਹੱਥ ਧੋ ਕੇ ਪੈਣ ਵਾਲੇ ਲੋਕ ਇਹ ਸਮਝ ਜਾਣ ਕਿ ਉਸ ਸਮੇਂ ਮੋਦੀ ਨਹੀਂ ਸੀ, ਉਸ ਸਮੇਂ ਕਾਂਗਰਸ ਐਸੇ ਹੀ ਫਾਰਮ 'ਚ ਬੈਟਿੰਗ ਕਰ ਰਹੀ ਸੀ ਜਿਸ ਫਾਰਮ ਦੇ ਵਿੱਚ ਇਹ ਕਰ ਰਹੇ ਨੇ। ਤਾਂ ਉਸ ਵੇਲੇ ਇੱਕ ਤਰਫਾ ਪੜਤਾਲ ਹੋਈ, ਕਾਂਗਰਸ ਦੇ ਰਾਜ ਕਹਿ ਸਕਦੇ ਹਾਂ ਉਸ ਵੇਲੇ। ਤਾਂ ਉਸ ਤੋਂ ਬਾਅਦ ਫਿਰ ਦੱਸਿਆ ਕਿ ਅਨੁਚਿਤ ਮਤਲਬ ਕਿ ਜਿਹੜੀ ਬੇਲੋੜੀਂਦੀ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਗਈ। ਮਤਲਬ ਕਿ ਸਰਕਾਰੀ ਸਰਕਾਰੀ ਗਵਾਹ ਸੀਗੇ ਉਹ ਥੱਲੇ ਗਏ ਬਿਨਾਂ ਕਿਸੇ ਤੱਥ ਤੋਂ, ਬਿਨਾਂ ਕਿਸੇ ਆਧਾਰ ਤੋਂ, ਜਿਹੜੇ ਕਿ ਜ਼ਿਰਾ ਹੀ ਨਹੀਂ ਕਰ ਸਕੇ। ਮਤਲਬ ਕਿ ਜਿਹਨਾਂ ਦੇ ਨਾਲ ਜ਼ਿਰਾ ਹੀ ਨਹੀਂ ਹੋਈ ਤਾਂ ਕੇਸ ਨੇਪਰੇ ਕਿਵੇਂ ਚੜੂਗਾ? ਜਿਹੜੇ ਸਰਕਾਰੀ ਗਵਾਹ ਹੁੰਦੇ ਆ ਉਹਨਾਂ ਦੇ ਨਾਲ ਕ੍ਰਾਸ ਐਗਜ਼ਾਮਨ ਹੁੰਦਾ, ਇੱਕ ਦੁਪਾਸੜ ਜ਼ਿਰਾ ਹੁੰਦੀ ਆ, ਤਾਂ ਉਹਨਾਂ ਦੇ ਨਾਲ ਜ਼ਿਰਾ ਹੀ ਨਹੀਂ ਹੋਈ। ਤਾਂ ਅਦਾਲਤ ਨੇ ਇਸ ਮਾਮਲੇ ਤੇ ਕਾਫੀ ਵੱਡੀਆਂ ਟਿੱਪਣੀਆਂ ਕੀਤੀਆਂ ਕਿ ਦੋਸ਼ਪੂਰਨ, ਇੱਕ ਤਰਫਾ, ਅਣਉਚਿਤ ਇਹ ਸਾਰੀ ਕਾਰਵਾਈ ਸੀ ਜੋ ਟ੍ਰਾਇਲ ਦੇ ਰੂਪ ਦੇ ਵਿੱਚ ਇਹਨਾਂ ਬੰਦਿਆਂ ਤੇ ਹੋਈ। ਤਾਂ ਖੈਰ ਇਹ ਹੁਣ ਵੇਖਣ ਵਾਲਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 35 ਸਾਲ ਕਿਸੇ ਬੰਦੇ ਨੂੰ ਰਿੜਕ ਕੇ ਰਗੜ ਕੇ ਇਹ ਕਹਿ ਦੇਣਾ ਕਿ ਹਾਂ ਭਾਈ ਤੂੰ ਜਾ, ਤੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ, ਬੇਕਸੂਰ ਆ। ਤਾਂ ਇਸ ਤੋਂ ਵੱਡਾ ਮੇਰੇ ਖਿਆਲ ਦੇ ਨਾਲ ਅਨਿਆਂ ਹੀ ਹੈ ਨਹੀਂਗਾ। ਇਹ ਨਿਆਂ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਨੂੰ ਨਿਆਂ ਮਿਲ ਗਿਆ, ਹੱਕ ਦੀ ਜੀਤ ਹੋਈ ਆ, ਤੁਸੀਂ ਜਕਾਰਾ ਛੱਡੋ, ਬਦੀ ਜਿਹੜੀ ਆ ਹਾਰ ਗਈ, ਜਿਹੜੀ ਸੱਚ ਆ ਉਹ ਜਿੱਤ ਗਿਆ। ਐਸਾ ਕੁਛ ਨਹੀਂ ਹੈ। 35 ਸਾਲ ਇਮੈਜਿਨ ਕਰੋ, ਤੁਸੀਂ ਕਿਸੇ ਕੇਸ ਦੇ ਵਿੱਚ ਰਗੜੇ ਹੋ, ਤੁਹਾਨੂੰ ਸਮਾਜ ਅੱਤਵਾਦੀ ਕਹਿ ਰਿਹਾ ਹੋਏਗਾ, ਤੁਹਾਡੇ ਘਰ ਦੇ ਤੁਹਾਡੇ ਪਿੱਛੇ ਗੋਡੇ ਘੜੀਸ ਰਹੇ ਹੋਣਗੇ, ਅਦਾਲਤ ਇੱਕ ਦਿਨ ਅਚਾਨਕ ਤੁਹਾਡੇ ਤੇ ਰਹਿਮਦਿਲੀ ਵਿਖਾਉਂਦੀ ਹੈ, ਤੁਹਾਨੂੰ ਕਹਿੰਦੀ ਹੈ ਕਿ ਜਾਓ ਭੱਜੋ ਘਰਾਂ ਨੂੰ। ਘਰੇ ਤੁਸੀਂ ਕੀ ਜਾਓਗੇ? ਬਹੁਤ ਸਾਰੇ ਲੋਕਾਂ ਦੇ ਘਰ ਤਾਂ ਹੋ ਸਕਦਾ ਕਿ ਦੂਜੇ ਪਾਸੇ ਚਲੇ ਜਾਣ। ਆਉਂਦੇ ਹੁੰਦੇ ਨਾ ਘਰ ਦੇ ਮੂੰਹ ਦੂਜੇ ਪਾਸੇ ਹੋ ਜਾਂਦੇ ਆ। ਤਾਂ ਜਿਨ੍ਹਾਂ ਤੇ ਇਹੋ ਜਿਹੇ ਕੇਸ ਬਣਨ ਉਹਨਾਂ ਦੇ ਘਰ ਦੇ ਬੂਹੇ ਜਿਹੜੇ ਆ ਉਹ ਦੂਜੇ ਪਾਸੇ ਹੋ ਜਾਂਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਕੇਸ ਸਰਕਾਰਾਂ ਤੇ ਵੀ ਹੋਣਾ ਚਾਹੀਦਾ ਕਿ ਤੁਸੀਂ 30 ਸਾਲ 40 ਸਾਲ ਬੰਦੇ ਨੂੰ ਰਗੜ ਦਿੰਦੇ ਹੋ, ਰੋਕ ਦਿੰਦੇ, ਉਸ ਤੋਂ ਬਾਅਦ ਕਹਿੰਦੇ ਕਿ ਜਾ ਕਰਨੀ। ਸੋ ਬਹੁਤ ਮਾੜੀ ਗੱਲ ਆ। ਐਸੀ ਉਹੀ ਅੱਜ ਭਾਵਨਾ ਬਣੀ ਹੋਈ। ਦੇਖੋ ਮੈਂ ਉਹੀ ਕਹਿ ਰਿਹਾ ਕਿ ਥੋੜਾ ਚੇਤਨ ਹੋ ਕੇ ਚੱਲਣਾ ਪਊਗਾ ਲੋਕਾਂ ਨੂੰ, ਇੰਡੀਆ ਦੇ ਜਿਹੜੇ ਖਾਸ ਤੌਰ ਤੇ ਹਿੰਦੂ ਭੈਣ ਭਰਾ ਆ, ਕਿ ਇੱਕ ਸਮੇਂ ਇਹੋ ਜਿਹੀਆਂ ਹੀ ਮਿੱਥਾਂ ਜਿਹੜੀਆਂ ਉਹ ਸਿੱਖਾਂ ਪ੍ਰਤੀ ਕਰੀਆਂ ਗਈਆਂ ਸਨ। ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਇਹ ਤੇ ਬਸ ਦੇਸ਼ ਨੂੰ ਖਤਮ ਕਰ ਦੇਣਗੇ, ਇਹਨਾਂ ਨੂੰ ਖਤਮ ਕਰ ਦਿਓ ਬਸ। ਤਾਂ ਉਸ ਸਮੇਂ ਜੋ ਕੁਛ ਵਾਪਰਿਆ ਅੱਜ ਉਹਦੇ 'ਚ ਚੇਂਜ ਆ। ਸਿੱਖਾਂ ਨੇ ਬਹੁਤ ਕੁਛ ਚੱਲਿਆ ਉਸ ਦੌਰ ਦੇ ਵਿੱਚ, ਪਰ ਅੱਜ ਇੱਕ ਨਵਾਂ ਦੁਸ਼ਮਣ ਖੜਾ ਕੀਤਾ ਗਿਆ ਤੁਹਾਡੇ ਸਾਹਮਣੇ। ਹੋ ਸਕਦਾ ਆਉਣ ਵਾਲੇ ਕਈ ਦਹਾਕਿਆਂ ਬਾਅਦ ਜਾਂ ਕਈ ਸਾਲਾਂ ਬਾਅਦ ਤੁਹਾਨੂੰ ਅਹਿਸਾਸ ਹੋਵੇ ਕਿ ਨਹੀਂ, ਇਹ ਸਾਰਾ ਕੁਛ ਸਟੇਟ ਨੇ, ਸਿਆਸਤ ਨੇ ਬਹੁਤ ਚਲਾਕੀ ਨਾਲ ਕੀਤਾ। ਤਾਂ ਉਸ ਵੇਲੇ ਤੁਸੀਂ ਅਫਸੋਸ ਕਰ ਸਕਦੇ ਹੋ, ਪਛਤਾਵਾ ਕਰ ਸਕਦੇ ਹੋ, ਜਿਹੜੇ ਇਸ ਸੰਸਾਰ ਤੋਂ ਚਲੇ ਗਏ ਜਾਂ ਜਿਹੜੇ ਜੇਲ੍ਹਾਂ ਦੇ ਵਿੱਚ ਆਪਣਾ ਸਮਾਂ ਵਿਅਰਥਾ ਗਵਾ ਚੁੱਕੇ ਹੋਣਗੇ, ਤੁਸੀਂ ਉਹ ਕਦੇ ਨਹੀਂ ਭੁੱਲ ਸਕਦੇ। ਤਾਂ ਖੈਰ ਇਸੇ ਕਰਕੇ ਉਹ ਕਿਸੇ ਨੇ ਕਿਹਾ ਨਾ ਕਿ ਬਸ ਇਤਨੀ ਬਾਤ ਪਰ ਉਸਨੇ ਹमें बलवाई लिखा। बलवाई कहते दंगाई ने, मनवर राणा ने कहा कि बस इतनी बात पर उसने हमें बलवाई लिखा है, हमारे घर के बर्तन पे ISI लिखा है। ISI मार्का भी होता है ना। ये दुख शायद हमारी जिंदगी के साथ जाएगा कि जो दिल पर लगा है तीर उस पर दाई लिखा है। ਜੀ ਜੀ ਦੇਖੋ ਕਿੱਡੀ ਵੱਡੀ ਗੱਲ ਹੈ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਢੱਡਰੀਆਂ ਵਾਲੇ ਦੇ ਨਾਲ ਪਰਮੇਸ਼ਰ ਦੁਆਰ ਜਾ ਕੇ ਵਿਚਾਰ ਕਰਨਗੇ ਭਾਈ ਅਜਨਾਲਾ। ਇਹਨਾਂ ਦੇ ਵਿਚਾਰਾਂ ਵਾਲਾ ਜਿਹੜਾ ਨਾ ਮੇਰੇ ਖਿਆਲ ਦੇ ਨਾਲ ਪੰਗਾ ਨਿਕਲ ਜਾਣਾ ਚਾਹੀਦਾ ਕਿਸੇ ਹਿਸਾਬ ਨਾਲ। ਉਹ ਭਾਈ ਸਾਹਿਬ ਕਹਿੰਦੇ ਆ ਕਿ ਮੈਂ ਵਿਚਾਰ ਕਰਨ ਨੂੰ ਤਿਆਰ ਹਾਂ, ਕਿਸੇ ਟੈਲੀਵਿਜ਼ਨ ਚੈਨਲ ਤੇ ਆ ਜਾਓ। ਕਹਿੰਦੇ ਤੁਹਾਨੂੰ ਚੈਨਲ ਤੇ ਆਉਣ ਦੀ ਕੀ ਜ਼ਰੂਰਤ ਹੈ, ਕਾਰਾਂ ਦਾ ਤੇਲ ਫੂਕੋਗੇ, ਨਹੀਂ ਸਿਕਿਉਰਿਟੀ ਲਿਆਓਗੇ, ਅਸੀਂ ਤੁਹਾਡੇ ਕੋਲ ਹੀ ਆ ਜਾਂਦੇ ਹਾਂ। ਤਾਂ ਇਹਦਾ ਕੋਈ ਹੱਲ ਨਿਕਲ ਜਾਵੇ। ਉਹ ਕਮੇਟੀ ਵਾਲੇ ਸੱਦਦੇ ਆ ਤੇ ਕਹਿੰਦੇ ਕਿ ਮੈਂ ਉੱਥੇ ਨਹੀਂ ਜਾਊਂਗਾ, ਭਾਈ ਸਾਹਿਬ ਕਹਿੰਦੇ ਕਿ ਮੈਂ ਨਹੀਂ ਜਾਊਂਗਾ। ਉਹ ਤੇ ਜਥੇਦਾਰ ਜਿਹੜੇ ਆ ਪਹਿਲਾਂ ਸਪਸ਼ਟੀਕਰਨ ਦੇਣ, ਕਰਨ, ਉਹ ਕਰਨ, ਵਾਹ ਕਰਨ। ਸੋ ਕਹਿਣ ਦਾ ਮਤਲਬ ਹੈ ਕਿ ਟਾਣੀ ਜਿਹੜੀ ਆ ਉਲਝੀ ਪਈ ਹੈ। ਇਸੇ ਦਰਮਿਆਨ
ਅਜਨਾਲਾ ਸਾਹਿਬ ਕਹਿੰਦੇ ਆ ਕਿ ਮੈਂ ਆਊਂਗਾ ਸੋ ਪਰਮੇਸ਼ਵਰ ਦੁਆਰ ਜਾ ਕੇ ਮੈਂ ਵਿਚਾਰ ਕਰੂੰਗਾ। ਹੁਣ ਵਿਚਾਰ ਇਹਨਾਂ ਨੇ ਕੀ ਕਰਨੇ ਆ, ਜਾਂ ਉਹ ਇਸ ਪ੍ਰਪੋਜ਼ਲ ਨੂੰ ਅਪਣਾਉਂਦੇ ਆ ਜਾਂ ਨਹੀਂ, ਸਵੀਕਾਰ ਕਰਦੇ ਆ ਜਾਂ ਨਹੀਂ ਕਰਦੇ, ਤਾਂ ਬਾਅਦ ਦੀ ਗੱਲ ਆ ਕਿ ਇਹ ਝਗੜਾ ਜਿਹੜਾ ਮੇਰੇ ਖਿਆਲ ਦੇ ਨਾਲ ਕਿਸੇ ਵੀ ਸੂਰਤ ਦੇ ਵਿੱਚ ਨਿਬੜਦਾ ਨਜ਼ਰ ਨਹੀਂ ਆਉਂਦਾ। ਜਦਕਿ ਜੇ ਵਿਚਾਰ ਹੀ ਕਰਨਾ ਹੋਵੇ, ਮੈਂ ਅੱਗੇ ਵੀ ਕਿਹਾ ਕਿ ਦੇਖੋ ਸਿੰਘ ਸਭਾ ਲਹਿਰ ਦੇ ਦੌਰਾਨ ਵੀ ਐਸਾ ਵਾਪਰਿਆ ਸਿੱਖ ਇਤਿਹਾਸ ਨੂੰ ਜੇ ਆਪਾਂ ਫੋਲਦੇ ਹਾਂ, ਤੇ ਤਦ ਇਹੋ ਜਿਹਾ ਇੱਕ ਨਹੀਂ ਸੀ ਦੇਖਿਆ ਰਵੱਈਆ ਜਿਸ ਤਰ੍ਹਾਂ ਦਾ ਇਹ ਰੱਖੀ ਬੈਠੀਆਂ ਦੋਨੇ ਧਿਰਾਂ। ਉਹ ਦੋਨੇ ਧਿਰਾਂ ਨੇ ਇੱਥੇ ਇੱਕ ਤਰ੍ਹਾਂ ਨਾਲ ਇਕੱਲਾ ਪੱਟ ਹੀ ਨਹੀਂ ਪਾਇਆ, ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਦੂਰੀ ਵੀ ਵੱਧ ਰਹੀ ਆ। ਇੱਕ ਤਾਂ ਪਤਾ ਪਾਟਕ ਪੈ ਗਿਆ, ਵਿਚਾਰਧਾਰਕ ਪਾਟਕ ਆ। ਦੂਸਰਾ ਇਹ ਆ ਕਿ ਲੋਕ ਜਿਹੜੇ ਆ ਉਹ ਇੰਨੇ ਕੱਟੜ ਹੋਏ ਪਏ ਆ ਆਪੋ ਆਪਣੀ ਧਿਰ ਪ੍ਰਤੀ ਕਿ ਜੇ ਕੋਈ ਦੂਜੇ ਧਿਰ ਦੀ ਕੋਈ ਵੀਡੀਓ ਸ਼ੇਅਰ ਕਰ ਦਿੰਦਾ ਤੇ ਅਗਲਾ ਭਾਵੇਂ ਜਿੰਨਾ ਮਰਜ਼ੀ ਸਕਾ ਰਿਸ਼ਤੇਦਾਰ ਹੋਵੇ ਚੱਕ ਕੇ ਉਹਨੂੰ ਅਨਫਰੈਂਡ ਕਰ ਦਿੰਦਾ। ਅੱਜ ਕੱਲ੍ਹ ਇਹ ਵੀ ਇੱਕ ਹੈ ਨਾ ਕਿ ਪੁਰਾਣੇ ਜ਼ਮਾਨੇ 'ਚ ਫੋਟੋ ਜਿਹੜਾ ਬੰਦਾ ਨਹੀਂ ਸੀ ਪਸੰਦ ਹੁੰਦਾ ਤੇ ਕਿਤੇ ਫੋਟੋ ਇਕੱਠਿਆਂ ਦੀ ਖਿੱਚੀ ਜਾਂਦੀ ਉਹਦਾ ਸਿਰ ਲਾ ਦਿੰਦੇ ਹੁੰਦੇ ਸੀ, ਉੱਤੋਂ ਫੋਟੋ ਕੱਢ ਦਿੰਦੇ ਸੀ। ਤਾਂ ਅੱਜ ਕੱਲ੍ਹ ਗੁੱਸਾ ਐ ਕਰ ਲੈਂਦੇ ਉਹਨੂੰ ਅਨਫਰੈਂਡ ਕਰ ਦਿੰਦੇ ਆ। ਤਾਂ ਐਸੀ ਇੱਕ ਜਗ੍ਹਾ ਤੇ ਚਲਿਆ ਗਿਆ ਹੈ ਟਕਰਾਓ ਕਿ ਜਿੱਥੇ ਗਾਂ ਲੋਕਾਂ ਦੇ ਵਿੱਚ ਫਿੱਕ ਪੈਂਦਾ ਹੈ। ਤੇ ਸਿੱਖੀਜ਼ਮ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਲੋਕਾਂ 'ਚ ਪਾਟਕ ਪਾਓ, ਲੋਕਾਂ 'ਚ ਤੁਸੀਂ ਫਰਕ ਪਾਓ, ਲੋਕਾਂ ਦੀਆਂ ਤੁਸੀਂ ਗਰਦਨਾਂ ਲਵਾਓ, ਕਿਉਂਕਿ ਇਹ ਖੇਡ ਜਿਹੜੀ ਆ ਅੱਗੇ ਇੱਕ ਬੰਦਾ ਮਰ ਚੁੱਕਾ ਇਸ ਖੇਡ ਦੇ ਵਿੱਚ, ਤੇ ਜੇ ਕੱਲ ਨੂੰ ਹੋਰ ਚਾਰ ਮਰ ਗਏ ਕੀ ਕਰੋਗੇ ਤੁਸੀਂ? ਤੁਹਾਡੇ ਵਿਚਾਰ ਕੀ ਕਰਨਗੇ? ਇਹ ਚੰਗਾ ਤੁਹਾਡਾ ਵਿਚਾਰਾਂ ਵਾਲਾ ਸਿਲਸਿਲਾ ਚੱਲਣ ਡਿਆ। ਤੇ ਜੇ ਵਿਚਾਰਾਂ ਦੇ ਸਿਲਸਿਲੇ ਤੇ ਆ ਕੇ ਗੱਲ ਮੁੱਕਦੀ ਆ ਕਿ ਕਿਸੇ ਦੀ ਸਲਾਹ ਮੰਨ ਲਓ, ਹੁਣ ਅਸੀਂ ਤੇ ਸਲਾਹ ਦੇ ਨਹੀਂ ਸਕਦੇ, ਸਾਨੂੰ ਤੇ ਪੈ ਜਾਂਦੇ ਦੋਨੇ ਧਿਰਾਂ ਹੀ ਪੈ ਜਾਂਦੀਆਂ ਕਿ ਤੁਸੀਂ ਬੜੇ ਸਲਾਹਕਾਰ ਜੇ। ਤਾਂ ਕਹਿਣ ਦਾ ਭਾਵ ਹੈ ਕਿ ਜੇ ਵਿਚਾਰ ਹੀ ਰੱਖਣੇ ਆ ਯਾਰ, ਤੁਸੀਂ ਜ਼ਰੂਰ ਇੱਕ ਦੂਜੇ ਦੇ ਸਾਹਮਣੇ ਹੋਣਾ। ਅਖਬਾਰਾਂ ਥੋੜ੍ਹੀਆਂ ਨੇ, ਤੁਸੀਂ ਲੇਖ ਲਿਖੋ ਉਹ ਵੀ ਬਰੋਬਰ ਲੇਖ ਲਿਖਣ, ਤੁਸੀਂ ਵੀ ਕਿਤਾਬਾਂ ਲਿਖ ਲਓ ਉਹ ਵੀ ਕਿਤਾਬਾਂ ਲਿਖ ਲੈਣ। ਆਹ ਲਾਈਵ ਵਾਲਾ ਕੰਮ ਚੱਲੀ ਜਾਂਦਾ, ਲੋਕ ਹੀ ਫੈਸਲਾ ਕਰ ਲੈਣ ਕਿ ਹਾਂ ਭਾਈ ਕਿਹਦੇ ਵਿਚਾਰ ਪੁਖਤਾ ਨੇ, ਕਿਹਦੀ ਵਿਚਾਰਧਾਰਾ ਸਹੀ ਹੈ। ਲੋਕਾਂ ਨੂੰ ਲੋਕਾਂ ਦੀ ਕਸੌਟੀ ਜਿਹੜੀ ਉਹ ਵਰਤ ਲੈਣ ਦਿਓ। ਤਾਂ ਇਸ ਤਰ੍ਹਾਂ ਜੇ ਤੁਸੀਂ ਵਿਚਾਰਾਂ ਵਾਲੀ ਜ਼ੋਰ ਅਜ਼ਮਾਇਸ਼ ਵਰਤੋਗੇ ਤਾਂ ਮੇਰੇ ਖਿਆਲ ਦੇ ਨਾਲ ਇਹ ਦੂਰੀਆਂ ਜਿਹੜੀਆਂ ਉਹ ਸਿਮਟਣਗੀਆਂ ਨਹੀਂ, ਉਹ ਦੂਰੀਆਂ ਜਿਹੜੀਆਂ ਉਹ ਘਟਣਗੀਆਂ ਨਹੀਂ, ਉਹ ਵਧਣਗੀਆਂ, ਪਾੜੇ ਵਧਣਗੇ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਿਆ। ਕਹਿੰਦੇ ਹੁਣ ਪ੍ਰਸ਼ਾਸਨ ਪ੍ਰਮੁੱਖ ਸਕੱਤਰ ਦੇ ਨਾਲ ਹੋਵੇਗੀ ਮੀਟਿੰਗ। ਦੇਖੋ ਚੰਗੀ ਗੱਲ ਆ, ਤੇ ਜੇ ਹਾਈ ਕਰਤੂਤ ਜਿੱਦਾਂ ਕਹਿ ਲਈਏ ਕਿ ਹੁਣ ਇਹ ਕਹਿੰਦੇ ਆ ਕਿ ਅਸੀਂ ਇਹਨਾਂ ਦੀ ਗੱਲ ਸੁਣਾਂਗੇ, ਜੇ ਹਾਈ ਕੰਮ ਕਰ ਲੈਂਦੇ ਪਹਿਲਾਂ ਤੇ ਹਾਂ ਕਰਤੂਤ ਨਾ ਕਰਦੇ ਜਿਹੜੀ ਇਹਨਾਂ ਨੇ ਕੀਤੀ ਆ, ਉਹਦੇ 'ਚ ਕੀ ਫਰਕ ਪੈ ਜਾਣਾ ਇਹ? ਦੇਖੋ ਜਿਹੜੇ ਅਧਿਆਪਕ ਚੱਲੇ ਸਨ, ਇਹ ਕਿਹੜਾ ਉੱਥੇ ਮੋਤੀ ਮਹਿਲ ਨੂੰ ਅੱਗ ਲਾਉਣ ਲੱਗੀ ਸੀ? ਇਹੀ ਜਾ ਕੇ ਕਹਿਣਾ ਸੀਗਾ ਕਿ ਸਾਡੀ ਗੱਲ ਸੁਣੋ। 4 ਮੁਰਦਾਬਾਦ ਕਹਿ ਦਿੰਦੇ, 4 ਜਿੰਦਾਬਾਦ ਕਹਿ ਦਿੰਦੇ, 4 ਕੁਛ ਹੋਰ ਕਹਿ ਦਿੰਦੇ। ਕੋਈ ਨਾਰਿਆਂ 'ਚ ਕਦੇ ਮੈਂ ਨਹੀਂ ਵੇਖਿਆ ਕਿ ਕਿਸੇ ਦੀ ਕੋਈ ਇੱਜ਼ਤ ਪ੍ਰਤੀ, ਕੋਈ ਸ਼ਾਨ ਪ੍ਰਤੀ ਗਲਤ ਬੋਲਦਾ ਕਦੇ ਵੀ ਸੰਘਰਸ਼ੀ ਦਾ। ਠੀਕ ਆ, ਜੋ ਉਹਨਾਂ ਦੇ ਹਕੂਕ ਹੁੰਦੇ ਆ ਉਹਦੇ ਅਨੁਸਾਰ ਹੀ ਆਲੋਚਨਾ ਕਰਦੇ ਆ ਜਾਂ ਆਪਣਾ ਪਿੱਟ ਸਿਆਪਾ ਕਰਦੇ ਸਰਕਾਰਾਂ ਦਾ, ਕਿਉਂਕਿ ਸਰਕਾਰ ਉਹਨਾਂ ਦੀ ਆ। ਸਰਕਾਰ ਕੋਈ ਦੁਸ਼ਮਣ ਲੋਕਾਂ ਦੀ ਨਹੀਂ ਹੁੰਦੀ, ਜਾਂ ਸਰਕਾਰ ਦੇ ਉਹ ਦੁਸ਼ਮਣ ਨਹੀਂ ਹੁੰਦੇ। ਇਹ ਉਹੀ ਲੋਕ ਆ ਜਿਨ੍ਹਾਂ ਨੇ ਸਰਕਾਰ ਬਣਾਈ ਹੁੰਦੀ ਹੈ। ਜੋ ਸਰਕਾਰ ਆਪਣੀ ਤੋਂ ਨਾਖੁਸ਼ ਹੁੰਦੇ ਆ ਉਹਨੂੰ ਆ ਜਾ ਕੇ ਦੱਸਦੇ ਆ ਕਿ ਅਸੀਂ ਤੇਰੀਆਂ ਨੀਤੀਆਂ ਤੋਂ ਨਾਖੁਸ਼ ਹਾਂ ਭਾਈ, ਸਾਡੇ ਨਾਲ ਗੱਲ ਕਰ ਜਾਂ ਸਾਡਾ ਹੱਲ ਕਰ। ਤਾਂ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਸੋਚਣਾ ਚਾਹੀਦਾ, ਸੁਣਨਾ ਚਾਹੀਦਾ, ਵਿਚਾਰ ਕਰਨਾ ਚਾਹੀਦਾ, ਭਰੋਸਾ ਦੇਣਾ ਚਾਹੀਦਾ। ਬਸ ਇਹੀ ਤਾਂ ਸਰਕਾਰਾਂ ਦਾ ਕੰਮ ਆ ਕਿ ਤੁਸੀਂ ਭਾਈ ਇਹ ਸਭ ਕੁਛ ਕਰੋ। ਕਿ ਜੇ ਹਾਂ ਕੁਛ ਕਰ ਲੈਂਦੇ ਕਿ ਕਾਹਨੂੰ ਪੱਗਾਂ ਲੈਂਦੀਆਂ, ਕਾਹਨੂੰ ਚੁੰਨੀਆਂ ਲੈਂਦੀਆਂ, ਕਾਹਨੂੰ ਲੱਤਾਂ ਟੁੱਟਦੀਆਂ। ਮੈਂ ਤੇ ਇਹ ਵੀ ਸੁਣਿਆ ਕਿ ਕੁਛ ਅਧਿਆਪਕਾਂ ਤੇ ਉਲਟਾ ਇਹਨਾਂ ਨੇ ਮੁਕੱਦਮਾ ਵੀ ਦਰਜ ਕਰ ਦਿੱਤਾ। ਬਹਰਹਾਲ 12 ਮਾਰਚ ਨੂੰ ਸੁਰੇਸ਼ ਕੁਮਾਰ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਦੇ ਨਾਲ ਮੀਟਿੰਗ ਫਿਕਸ ਕਰ ਦਿੱਤੀ ਗਈ। ਅੱਛੀ ਪਹਿਲ ਕਦਮੀ ਹੈ। ਚਲੋ ਪ੍ਰਸ਼ਾਸਨ ਦੇਰ ਦੇ ਨਾਲ ਸਹੀ, ਥੋੜਾ ਇਹਨਾਂ ਨੂੰ ਕੁੱਟ ਕੇ ਸਹੀ, ਥੋੜਾ ਇਹਨਾਂ ਨੂੰ ਝੰਬ ਕੇ ਸਹੀ, ਥੋੜਾ ਇਹਨਾਂ ਨੂੰ ਜ਼ਲੀਲ ਕਰਕੇ ਸਹੀ ਅਧਿਆਪਕਾਂ ਨੂੰ ਹੋਸ਼ ਦੇ ਵਿੱਚ ਆਇਆ ਕਿ ਹਾਂ ਇੱਕ ਮੁਲਾਕਾਤ ਜ਼ਰੂਰੀ ਹੈ। ਤਾਂ ਹੁਣ ਜਿਹੜੀ 12 ਮਾਰਚ ਦੀ ਮੀਟਿੰਗ ਹੈ ਉਹ ਅੱਗੇ ਰੂਪ ਰੇਖਾ ਤੈਅ ਕਰੇਗੀ ਕਿ ਇਹ ਸੰਘਰਸ਼ ਜਿਹੜਾ ਉਹ ਖਤਮ ਹੁੰਦਾ ਪੱਕੇ ਤੌਰ ਤੇ ਜਾਂ ਫਿਰ ਇੱਥੋਂ ਸ਼ੁਰੂ ਹੁੰਦਾ, ਕਿਉਂਕਿ ਇਹਨਾਂ ਨੇ ਧਰਨਾ ਸ਼ਿਫਟ ਕਰ ਦਿੱਤਾ। ਅੱਗੇ ਤੇ ਲਾਇਆ ਸੀਗਾ ਨਾ ਇਹਨਾਂ ਨੇ ਮੇਨ ਰੋਡ ਤੇ ਪੁਲ ਤੇ ਧਰਨਾ ਲਾਇਆ ਸੀਗਾ, ਹੁਣ ਇਹਨਾਂ ਨੇ ਪੁਗਾ ਗਰਾਊਂਡ ਤ੍ਰਿਪੜੀ ਰੋਡ ਦੇ ਵਿੱਚ ਜਾ ਕੇ ਉਹ ਧਰਨਾ ਸ਼ਿਫਟ ਕਰ ਦਿੱਤਾ। ਤਾਂ ਚਲੋ ਇਹਨਾਂ ਨੇ ਵੀ ਸਿਆਣਪ ਕੀਤੀ ਆ, ਕਿਉਂਕਿ ਪਬਲਿਕ ਨੂੰ ਕਿਸੇ ਵੀ ਹਾਲਤ ਦੇ ਵਿੱਚ ਦੁੱਖ ਨਹੀਂ ਦੇਣਾ ਚਾਹੀਦਾ। ਸੰਘਰਸ਼ ਤੁਹਾਡਾ ਆਪਣੀ ਜਗ੍ਹਾ ਤੇ ਠੀਕ ਆ। ਤਾਂ ਹੁਣ 12 ਤਰੀਕ ਤੇ ਸਭ ਦੀ ਨਜ਼ਰ ਰਹੇਗੀ ਕਿ ਇਸ ਸੰਘਰਸ਼ ਦਾ ਅੱਗੇ ਭਵਿੱਖ ਕੀ ਹੁੰਦਾ। ਸੋ ਜੇ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ ਤਾਂ ਚਲੋ ਠੀਕ ਕੀਤਾ, ਪਰ ਬਹੁਤ ਲੇਟ ਕੀਤਾ। ਵੈਸੇ ਵੀ ਬੇਰੁਜ਼ਗਾਰਾਂ ਦਾ ਦਰਦ ਇਹਨਾਂ ਨੂੰ ਸਮਝਣਾ ਚਾਹੀਦਾ। ਇਹ ਉਹ ਲੋਕ ਆ
ਜਿਹੜੇ ਕਹਿੰਦੇ ਹੁੰਦੇ ਸਨ ਕਿ ਅਸੀਂ ਆ ਜਿਹੜੇ ਬੇਰੁਜ਼ਗਾਰਾਂ ਤੋਂ ਫੀਸ ਦੇ ਫਾਰਮ ਫੀਸ ਦੇ ਜਿਹੜੇ ਪੈਸੇ ਹੁੰਦੇ ਆ ਉਹ ਨਹੀਂ ਲਵਾਂਗੇ ਅਸੀਂ। ਤੇ ਅੱਜ ਦੀ ਤਰੀਕ ਦੇ ਵਿੱਚ ਵੇਖ ਲਓ ਕਿ 300 500 700 ਆ PRTC ਵਾਲੇ ਲੜੀ ਜਾਂਦੇ ਆ। ਜਿਹੜੀ ਸਰਵਿਸ ਪ੍ਰੋਵਾਈਡਰ ਕੰਪਨੀ ਸੀ ਭਰਤੀ ਦੇ ਦੌਰਾਨ 30 ਲੱਖ ਰੁਪਇਆ ਇਕੱਠਾ ਹੋਇਆ, ਮਤਲਬ ਕਿ ਜਿਹੜੇ ਲੋਕ ਫਾਰਮ ਭਰ ਰਹੇ ਸਨ ਡਰਾਈਵਰ ਕੰਡਕਟਰ ਉਹਨਾਂ ਤੋਂ ਵੀ 300 400 ਰੁਪਇਆ ਲਿਆ ਗਿਆ। ਤਾਂ ਤੁਸੀਂ ਘੱਟੋ ਘੱਟ ਵਕਤੀ ਤੌਰ ਤੇ ਇਹ ਤੇ ਕਰੋ ਯਾਰ, ਕਿੰਨਾ ਲਾਸ ਹੁੰਦਾ ਇੱਕ ਬੇਰੁਜ਼ਗਾਰ ਨੂੰ, ਕਿੰਨਾ ਘਾਟਾ ਹੁੰਦਾ, ਕਿੰਨੀ ਜ਼ਿਆਦਾ ਤੰਗੀ ਆਉਂਦੀ ਆ। ਜੇ ਉਹ 5 ਫਾਰਮ ਵੀ ਭਰਦਾ ਮਹੀਨੇ ਦੇ ਤਾਂ 500 ਰੁਪਇਆ, ਯਾਨੀ ਜਿਹੜਾ ਬੇਰੁਜ਼ਗਾਰੀ ਭੱਤਾ ਤੁਸੀਂ 2500 ਦੇਣਾ ਹੀ, ਉਹ ਤਾਂ ਉਹਨਾਂ ਨੂੰ ਕੀ ਮਿਲਣਾ, ਉਲਟਾ 2500 ਰੁਪਇਆ ਫਾਰਮਾਂ ਦੇ ਵਿੱਚ ਚਲੇ ਜਾਂਦਾ। ਸੋ ਇਸ ਪਾਸੇ ਤਵੱਜੋ ਦੇਣ ਦੀ ਜ਼ਰੂਰਤ ਆ ਕਿ ਤੁਸੀਂ ਉਹ ਲੋਕ ਹੈ ਜਿਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਬੰਦ ਕਰਾਂਗੇ, ਪਰ ਇਹ ਬੰਦ ਨਹੀਂ ਹੋਈਆਂ, ਚੀਜ਼ਾਂ ਉੱਦਾਂ ਹੀ ਖੁੱਲੀਆਂ ਨੇ। ਬੇਰੁਜ਼ਗਾਰਾਂ ਵੱਲ ਅੱਖਾਂ ਖੋਲ ਕੇ ਵੇਖੋ, ਉਹਨਾਂ ਦਾ ਦਰਦ ਆ ਜਿਹੜਾ ਉਹ ਉਹਨਾਂ ਦੀ ਅੱਖਾਂ ਚੋਂ, ਉਹਨਾਂ ਦੀਆਂ ਸਾਹਾਂ ਚੋਂ ਤੁਸੀਂ ਦੇਖੋ ਕਿ ਸਾਫ਼ ਝਲਕਦਾ। ਬਹੁਤ ਬਹੁਤ ਭਿਆਨਕ ਦਰਦ ਹੈ ਬੇਰੁਜ਼ਗਾਰੀ ਦਾ। ਉਹ ਕਿਸੇ ਨੇ ਕਿਹਾ ਮਾਂ ਰੋਜ਼ ਜੇਬ ਦੇਖੇ ਬੇਰੁਜ਼ਗਾਰ ਬੇਟੇ ਕਿ ਕਹੀਂ ਜੇਬ ਮੇਂ ਸਲਫਾਤ तो ਨਹੀਂ। ਸੋ ਇਹ ਬੇਰੁਜ਼ਗਾਰੀ ਦਾ ਆਲਮ ਇਹੋ ਜਿਹਾ, ਤੁਸੀਂ ਬੇਰੁਜ਼ਗਾਰਾਂ ਦੇ ਨਾਲ ਇੰਨਾ ਧੱਕਾ ਨਾ ਕਰੋ, ਜਿੰਨਾ ਕਰ ਸਕਦੇ ਵੱਧ ਤੋਂ ਵੱਧ ਕਰੋ। ਤੁਸੀਂ ਹੁਣ ਬਿਲਕੁਲ ਆਖਰੀ ਪੜਾਅ ਤੇ ਆ ਗਏ ਹੋ, ਆਖਰੀ ਮਰਹਲੇ ਤੇ ਆ ਗਏ ਹੋ ਆਪਣੀ ਟਰਮ ਦਾ। ਜੇ ਹੁਣ ਵੀ ਤੁਸੀਂ ਉਹੋ ਜਿਹਾ ਰਵੱਈਆ ਰੱਖੋਗੇ ਤਾਂ ਲੋਕ ਵੀ ਫਿਰ ਤੁਹਾਨੂੰ ਨਤੀਜਾ ਉਹੀ ਦੇਣਗੇ ਜਿਹੜਾ ਬਾਦਲ ਪਿੰਡ ਵਾਲਿਆਂ ਨੂੰ ਦਿੱਤਾ ਆ ਗਿਆ ਇਹਨਾਂ ਨੇ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਦਿੱਲੀ ਕਮੇਟੀ ਦੀਆਂ ਚੋਣਾਂ ਦੀ ਕਵਾਇਦ ਸ਼ੁਰੂ, ਜਾਗੋ ਦੇ ਵੀ ਹੁਣ ਕੱਸੀਆਂ ਤਿਆਰੀਆਂ। ਸ਼ਾਬਾ ਬਈ, ਹੁਣ ਜਾਗੋ ਆਈ ਆ ਤੇ ਅਕਾਲੀਆਂ ਨੂੰ ਕਹਿ ਰਹੇ ਹੋਣੇ ਆ ਕਿ ਵੀ ਤਗੜੇ ਹੋ ਜਾਓ, ਹੁਣ ਜਾਗੋ ਆਈ ਆ। ਤਾਂ ਜਾਗੋ ਜਿਹੜੀ ਆ ਉਹ ਹਮੇਸ਼ਾ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਇੱਕ ਰੌਣਕ ਮੇਲਾ ਪੈਦਾ ਕਰ ਦਿੰਦੀ ਹੈ ਜਦੋਂ ਕਿਤੇ ਪਿੰਡ 'ਚ ਨਿਕਲਦੀ ਆ। ਪਰ ਜੇ ਸਿਆਸੀ ਪਿੰਡ ਦੇ ਵਿੱਚ ਨਿਕਲੇ, ਸਿਆਸੀ ਪਿੜ ਦੇ ਵਿੱਚ ਨਿਕਲੇ ਜਾਗੋ, ਤੇ ਕਈਆਂ ਦੇ ਮਨਾਂ 'ਚ ਹਨੇਰਾ ਵੀ ਪਵਾ ਦਿੰਦੀ ਹੈ। ਤਾਂ ਜਾਗੋ ਜਿਹੜੀ ਆ ਇਹ ਮੇਰੇ ਖਿਆਲ ਦੇ ਨਾਲ ਇੱਥੋਂ ਹੀ ਗੱਲ ਆਪਾਂ ਸ਼ੁਰੂ ਕਰ ਲੈਂਦੇ ਹਾਂ। ਇਹ ਜਾਗੋ ਇਹਨਾਂ ਦੇ ਮਨਾਂ 'ਚ ਇੱਕ ਵਾਰੀ ਹਨੇਰ ਜ਼ਰੂਰ ਪਾਏਗੀ। ਕਿਉਂ? ਕਿਉਂਕਿ ਪਿੱਛੇ ਜੇ ਆਪਾਂ ਗੱਲ ਵੀ ਕੀਤੀ ਸੀਗੀ ਕਿ ਪ੍ਰਧਾਨ ਦੇ ਨਾਲ ਜੱਫੀ ਪਾਈ ਸੀ ਮਨਜੀਤ ਸਿੰਘ ਜੀਕੇ ਦੀ, ਤੇ ਜਦ ਲੋਕਾਂ ਨੇ ਪੁੱਛਿਆ ਕਿ ਪ੍ਰਧਾਨ ਜੀ ਕਿੱਦਾਂ ਹੁਣ ਤੁਸੀਂ ਪ੍ਰਧਾਨ ਜੀ ਕੋਲ ਚੱਲੇ ਹੋ, ਤੇ ਉਹਨਾਂ ਨੇ ਆਖਿਆ ਕਿ ਨਹੀਂ, ਮੈਂ ਸੁਸਾਈਡ ਕਰ ਲੂੰਗਾ ਪਰ ਮੈਂ ਅਕਾਲੀ ਦਲ ਬਾਦਲ 'ਚ ਨਹੀਂ ਜਾਊਂਗਾ। ਇਹਦਾ ਮਤਲਬ ਆ ਕਿ ਮਨਜੀਤ ਸਿੰਘ ਜੀਕੇ ਹਾਲ ਦੀ ਘੜੀ ਜੇ ਉਹਨਾਂ ਦੇ ਇਸ ਸਟੈਂਡ ਨੂੰ ਲੈ ਕੇ ਚੱਲੀਏ ਤਾਂ ਹਾਲ ਦੀ ਘੜੀ ਉਹ ਇਹੋ ਜਿਹਾ ਕੋਈ ਵੀ ਨਜ਼ਰੀਆ ਨਹੀਂ ਰੱਖਦੇ, ਕੋਈ ਵੀ ਉਹਨਾਂ ਦਾ ਮਨ ਦਾ ਵਿਚਾਰ ਐਸਾ ਨਹੀਂ ਹੈ ਕਿ ਉਹ ਫੇਰ ਵਾਪਸ ਜਾਣ ਉਸੇ ਜਗ੍ਹਾ ਤੇ ਜਿੱਥੋਂ ਉਹਨਾਂ ਨੂੰ ਬੇਇੱਜ਼ਤ ਕਰਕੇ ਜਲੀਲ ਕਰਕੇ ਕੱਢਿਆ ਗਿਆ। ਤਾਂ ਜੇ ਉਹ ਮੰਨ ਲਓ ਆਪਣਾ ਸਟੈਂਡ ਚੇਂਜ ਨਹੀਂ ਕਰਦੇ, ਵੈਸੇ ਰਾਜਨੀਤੀ 'ਚ ਕੋਈ ਸਟੈਂਡ ਸਟੂਨ ਨਹੀਂ ਹੁੰਦਾ, ਇਹ ਤਾਂ ਸਾਡੀਆਂ ਇਹ ਜਿਹੜੀਆਂ ਭਾਵਨਾਵਾਂ ਕਿ ਅਸੀਂ ਸਟੈਂਡ ਕਹਿ ਦਿੰਦੇ ਇਹਨਾਂ ਨੂੰ। ਤਾਂ ਜੇ ਮੰਨ ਲਓ ਕਾਇਮ ਰਹਿੰਦੇ ਆ ਇਸ ਗੱਲ ਤੇ, ਆਪਣੀ ਗੱਲ ਤੇ ਆਪਣੀ ਜ਼ੁਬਾਨ ਤੇ ਕਾਇਮ ਰਹਿੰਦੇ ਆ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਔਖਾ ਹੋ ਜੂ ਕੰਮ। ਕਿਉਂਕਿ ਮਨਜਿੰਦਰ ਸਿੰਘ ਸਿਰਸਾ ਤੇ ਉੱਥੇ ਵੇੜੀਆਂ 'ਚ ਵੱਟੇ ਪਾਉਣ ਵਾਲਾ ਹੀ ਆ, ਕੋਈ ਉਹਦਾ ਹਿਸਾਬ ਕਿਤਾਬ ਬਹੁਤਾ ਨਹੀਂ ਹੈਗਾ। ਮਨਜੀਤ ਸਿੰਘ ਜੀਕੇ ਜਿਹੜਾ ਉਹ ਸਿੱਖਾਂ ਦੇ ਵਿੱਚ ਇੱਕ ਅੱਛਾ ਕੱਦ ਰੱਖਦਾ, ਔਰ ਉਸ ਤੋਂ ਇਲਾਵਾ ਫਿਰ ਉਹਦੀ ਸੈਟਿੰਗ ਵੀ ਹੈਗੀ ਆ। ਭਾਈ ਰਣਜੀਤ ਸਿੰਘ ਤੋਂ ਲਾ ਕੇ ਜੇ ਆਪਾਂ ਚੱਲੀਏ ਸਰਨਾ ਹੋ ਰਹੀਆਂ, ਫਿਰ ਇਸ ਤੋਂ ਇਲਾਵਾ ਮਨਜੀਤ ਸਿੰਘ ਜੀਕੇ ਦੇ ਜਿਹੜੇ ਸਬੰਧ ਆ ਉਹ ਭਾਜਪਾ ਵਾਲਿਆਂ ਦੇ ਨਾਲ ਵੀ ਆ, ਭਾਜਪਾ ਦਾ ਉੱਥੇ ਪੂਰਾ ਜ਼ੋਰ ਆ। ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਮਨਜੀਤ ਸਿੰਘ ਜੀਕੇ ਇੱਕ ਵਾਰੀ ਚਮਤਕਾਰ ਉੱਥੇ ਕਰ ਚੁੱਕਾ। ਜਦੋਂ ਬਾਦਲਾਂ ਦੇ ਖਿਲਾਫ ਪੂਰੀ ਨੇਰੀ ਚੱਲਦੀ ਪਈ ਸੀਗੀ ਤਾਂ ਉਸ ਦੌਰ ਦੇ ਵਿੱਚ ਵੀ ਉਹਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦੀਵਾ ਦਿੱਲੀ 'ਚ ਜਗਾਈ ਰੱਖਿਆ। ਹਾਲਾਂਕਿ ਫੋਟੋਆਂ ਨਹੀਂ ਸਨ ਲਾਈਆਂ ਉਦੋਂ ਉਹਨਾਂ ਨੇ, ਜੋ ਪ੍ਰਚਾਰ ਸਮੱਗਰੀ ਸੀਗੀ ਮਨਜੀਤ ਸਿੰਘ ਜੀਕੇ ਨੇ ਉਹਦੇ ਤੇ ਬਾਦਲ ਪਰਿਵਾਰ ਦੀ ਕੋਈ ਫੋਟੋ ਇਸਤੇਮਾਲ ਨਹੀਂ ਸੀ ਕੀਤੀ। ਤਾਂ ਇਸ ਕਰਕੇ ਉਹਨੇ ਜਿਹੜੀ ਦਿੱਲੀ ਦੀ ਚੋਣ ਸੀ ਉਹ ਫਿਰ ਜਿੱਤ ਲਈ। ਹੁਣ ਅਗਲੇ ਸਾਲ ਮਾਰਚ ਦੇ ਵਿੱਚ ਚੋਣ ਆ, ਕਵਾਇਦ ਸ਼ੁਰੂ ਹੋ ਗਈ ਆ, ਮਸ਼ਕਾਂ ਉੱਥੇ ਸ਼ੁਰੂ ਨੇ ਲਗਭਗ, ਕਿਉਂਕਿ ਵੋਟਾਂ ਦੀ ਸੁਧਾਈ ਹੁਣ ਜਿਹੜੀ ਆ ਸ਼ੁਰੂ ਹੋ ਜਾਣੀ ਆ। ਇਸ ਵਾਰੀ ਦੱਸਦੇ ਆ ਕਿ ਫੋਟੋ ਵਾਲੇ ਪਛਾਣ ਪੱਤਰ ਵੀ ਬਣਨੇ ਆ, ਤੇ ਜਾਗੋ ਜਿਹੜੀ ਆ ਉਹ ਆਪਦਾ ਪਹਿਲਾਂ ਹੀ ਰਸਤਾ ਬਣਾ ਰਹੀ ਆ। ਤਾਂ ਕਹਿਣ ਦਾ ਮਤਲਬ ਇਹ ਕਿ ਢੀਂਡਸੇ ਵੀ ਉੱਥੇ ਜਾਣਗੇ, ਸਰਨੇ ਤੇ ਉੱਥੇ ਹੈ ਹੀ ਆ। ਫਿਰ ਭਾਈ ਰਣਜੀਤ ਸਿੰਘ ਵੀ ਅੱਜ ਕੱਲ੍ਹ ਕਾਫੀ ਦਿਲਚਸਪੀ ਦਿਖਾ ਰਹੇ ਆ। ਤਾਂ ਜਿਹੜੀ ਇਹ ਮੰਡਲੀ ਇੱਕ ਪਾਸੇ ਇਕੱਠੀ ਹੋਏਗੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਕਰੜਾ ਇਮਤਿਹਾਨ ਤਿਆਰ ਕਰੇਗੀ ਕਿ ਆਓ ਭਾਈ ਹੁਣ ਸਾਡੇ ਨਾਲ ਜਰਾ ਟੱਕਰੋ, ਅਸੀਂ ਤੁਹਾਡੇ ਸੱਜਰੇ ਸ਼ਰੀਕ ਬਣ ਕੇ ਆ ਗਏ ਹਾਂ। ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਖਬਰ ਆ, ਚਿੰਤਾ ਦਾ ਵਿਸ਼ਾ, ਪੰਜਾਬ ਦੇ ਪਸ਼ੂਆਂ ਨੂੰ ਵੀ ਹੋਣ ਲੱਗਾ ਕੈਂਸਰ। ਹਾਂ, ਵਾਕਈ ਚਿੰਤਾਜਨਕ ਗੱਲ ਹੈ, ਪਰ ਕੀ ਕੀਤਾ ਜਾ ਸਕਦਾ, ਕਿਉਂਕਿ ਇਹੋ ਜਿਹੇ ਮੁੱਦਿਆਂ ਦੀ ਇੱਥੇ ਕੋਈ ਪੁੱਛ ਪ੍ਰਤੀਤ ਨਹੀਂ ਹੈ। ਅੱਜ ਜਾਗਰਣ ਦੇ ਵਿੱਚ ਖਬਰ ਲੱਗੀ ਆ ਫਿਰੋਜ਼ਪੁਰ ਤੋਂ
ਤਾਂ ਉਹਨਾਂ ਨੇ ਕੁਝ RTI ਹਾਸਲ ਕੀਤੀਆਂ, ਜਾਣਕਾਰੀ ਹਾਸਲ ਕੀਤੀ। ਉਸ ਤੋਂ ਬਾਅਦ ਪਤਾ ਲੱਗਿਆ ਕਿ ਅੱਜ ਕੱਲ ਜਿਹੜੇ ਜਾਨਵਰ ਪਹੁੰਚ ਰਹੇ ਆ ਸਰਕਾਰੀ ਪਸ਼ੂ ਹਸਪਤਾਲਾਂ ਦੇ ਵਿੱਚ, ਹਾਲਾਂਕਿ ਪ੍ਰਾਈਵੇਟ ਦਾ ਕੋਈ ਡਾਟਾ ਨਹੀਂ ਹੁੰਦਾ, ਸਰਕਾਰੀ ਦਾ ਹੀ ਡਾਟਾ ਜਿਹੜਾ ਉਹ ਮੈਂਸ਼ਨ ਕੀਤਾ ਗਿਆ ਵਾ। ਉਹ ਕਹਿੰਦੇ ਆ ਕਿ 10 ਚੋਂ 3 ਜਾਨਵਰ, ਮਤਲਬ ਕਿ ਜਿਹੜੇ ਕੁੱਲ ਉੱਥੇ ਜਾਨਵਰ ਆਮਦ ਕਰ ਰਹੇ ਆ ਹਸਪਤਾਲਾਂ ਦੇ ਵਿੱਚ, ਤਾਂ 10 ਚੋਂ 3 ਜਾਨਵਰਾਂ 'ਚ ਕੈਂਸਰ ਦੇ ਲੱਛਣ ਪਾਏ ਜਾ ਰਹੇ ਆ ਪੰਜਾਬ 'ਚ। ਔਰ ਇਹਨਾਂ ਦੇ ਵਿੱਚ ਮੱਝਾਂ ਵੀ ਨੇ, ਗਾਵਾਂ ਵੀ ਨੇ, ਕੁੱਤੇ ਵੀ ਆ, ਕੁੱਤੀਆਂ ਵੀ ਆ। ਫਿਗਰ ਵੀ ਦਿੱਤਾ ਇਕੱਲੇ ਫਿਰੋਜ਼ਪੁਰ ਦਾ ਕਿ ਕੁਝ ਮਹੀਨਿਆਂ ਦੇ ਅੰਦਰ ਅੰਦਰ ਉੱਥੇ 28 ਮੱਝਾਂ, 4 ਗਾਵਾਂ, 30 ਕੁੱਤੇ ਤੇ 169 ਕੁੱਤੀਆਂ 'ਚ ਕੈਂਸਰ ਦੀ ਪੁਸ਼ਟੀ ਕੀਤੀ ਗਈ ਆ। ਐਸਾ ਤਾਂ ਆ ਕਿਉਂਕਿ ਫਿਰੋਜ਼ਪੁਰ ਦੀ ਜੇ ਭੂਗੋਲਿਕ ਸਥਿਤੀ ਵੇਖੋਗੇ ਤੇ ਇੱਧਰੋਂ ਤੇ ਸਤਲੁਜ ਦੇ ਵਿੱਚ ਜਿਹੜਾ ਸੁੱਟਿਆ ਗੰਦ ਉਹਨਾਂ ਨੂੰ ਮਾਰਦਾ, ਉਧਰੋਂ ਨਾਲ ਹੀ ਪਰਲੇ ਪਾਸੇ ਜੇ ਤੁਸੀਂ ਹੁਸੈਨੀ ਵਾਲੇ ਦੇ ਜਾਓਗੇ ਤੇ ਕਸੂਰ ਆ। ਕਸੂਰ ਦੀ ਜਿਹੜੀ ਬਹੁਤ ਵੱਡੀ ਇੱਕ ਲੈਦਰ ਇੰਡਸਟਰੀ ਆ, ਉਹਦਾ ਜਿਹੜਾ ਕੈਮੀਕਲਡ ਪਾਣੀ ਆ ਉਹ ਵੀ ਬੈਕ ਮਾਰਦਾ, ਮਤਲਬ ਕਿ ਇੱਧਰ ਨੂੰ ਮਾਰ ਕਰ ਦਿੰਦਾ। ਤਾਂ ਉਹ ਸਾਰਾ ਜਿਹੜਾ ਗੰਦ ਆ, ਚਾਹੇ ਪੰਜਾਬ ਦਾ ਤੇ ਚਾਹੇ ਉਧਰਲੇ ਪੰਜਾਬ ਦਾ, ਉਹ ਸਾਰਾ ਇਕੱਠਾ ਹੋ ਕੇ ਉਸ ਥਾਂ ਤੇ ਫਿਰ ਬਹੁਤ ਵੱਡੀ ਤਬਾਹੀ ਮਚਾਉਂਦਾ। ਉਹ ਫਿਰੋਜ਼ਪੁਰ ਤੋਂ ਥੱਲੇ ਥੱਲੇ ਆਉਂਦਾ ਫਾਜ਼ਿਲਕੇ ਦੇ ਪਿੰਡਾਂ ਤੱਕ ਵੀ ਆ ਜਾਂਦਾ। ਫਾਜ਼ਿਲਕਾ ਦੇ ਉਹ ਪਿੰਡ ਤੁਹਾਨੂੰ ਯਾਦ ਹੋਣੇ ਜਿੱਥੇ ਇੱਕ ਵਾਰੀ ਅਰਵਿੰਦ ਕੇਜਰੀਵਾਲ ਵੀ ਗਿਆ ਸੀਗਾ। ਫਾਜ਼ਿਲਕਾ ਦੇ ਉਹ ਪਿੰਡ ਤੁਹਾਨੂੰ ਯਾਦ ਹੋਣੇ ਆ ਜਿਹੜੇ ਤੇਜਾ ਰੋਹੇਲਾ, ਨਾਨਕ ਦੋਨਾ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੁਰਖੀਆਂ 'ਚ ਰਹੇ ਸਨ। ਤੁਹਾਨੂੰ ਉਹ ਵੀ ਪਿੰਡ ਯਾਦ ਹੋਣੇ ਆ ਜਿਨ੍ਹਾਂ ਨੇ ਬੋਰਡ ਲਾ ਦਿੱਤੇ ਸੀਗੇ ਕਿ ਸਾਰੇ ਪਿੰਡ ਵਿਕਾਊ ਆ। ਗਾਣਾ ਵੀ ਬਣ ਗਿਆ ਸੀ, ਕੋਈ ਲੈ ਸਕਦਾ ਤਾਂ ਲੈ ਲਓ ਜੀ, ਮੇਰਾ ਸਾਰਾ ਪਿੰਡ ਵਿਕਾਊ ਹੈ। ਉੱਥੇ ਬੋਰਡ ਵੀ ਲੱਗ ਗਏ ਸੀ। ਇਹੀ ਤਰਾਸਦੀ ਆ, ਇੱਕ ਤੇ ਬਾਰਡਰ ਨੇੜੇ ਆ, ਦੂਸਰਾ ਆਹ ਬਿਮਾਰੀਆਂ ਦਾ ਇਸ ਵੇਲੇ ਉੱਥੇ ਬਹੁਤ ਵੱਡਾ ਪ੍ਰਕੋਪ ਹੈ। ਤਾਂ ਸਮਝਣਾ ਪਵੇਗਾ, ਲੋਕਾਂ ਨੂੰ ਜਾਗਣਾ ਪਵੇਗਾ, ਸੰਘਰਸ਼ ਕਰਨਾ ਪਵੇਗਾ, ਲੋਕਾਂ ਨੂੰ ਵਿਰੋਧ ਕਰਨਾ ਪਵੇਗਾ, ਕਿਉਂਕਿ ਸਰਕਾਰਾਂ ਤੁਹਾਨੂੰ ਬੰਦੇ ਸਮਝਦੀਆਂ ਹੀ ਨਹੀਂ। ਜੇ ਬੰਦੇ ਸਮਝਦੀਆਂ ਹੁੰਦੀਆਂ ਤੇ ਫਿਰ ਤੇ ਇਹ ਨੌਬਤ ਹੀ ਨਹੀਂ ਸੀ ਆਉਂਦੀ, ਐਸੀ ਇਹ ਪਰਿਸਥਿਤੀ ਉਤਪੰਨ ਹੀ ਨਹੀਂ ਸੀ ਹੋਣੀ। ਤਾਂ ਲੋਕ ਜਿਹੜੇ ਆ ਜਾਗਣ, ਆਪਣੇ ਹੱਕਾਂ ਪ੍ਰਤੀ, ਆਪਣੀ ਜੋ ਉਹਨਾਂ ਦੀ ਸਿਹਤ ਹੈ ਉਸ ਪ੍ਰਤੀ ਉਹ ਚੇਤਨ ਹੋਣ। ਸਰਕਾਰਾਂ ਦੀ ਜਵਾਬਦੇਹੀ ਜਿਹੜੀ ਆ ਤੈਅ ਕਰਨੀ ਤੇ ਗੱਲ ਨਹੀਂ ਬਣਨੀ। ਬਾਕੀ ਜੋ ਵੀ ਆ ਇਸ ਵੇਲੇ ਪੰਜਾਬ ਦਾ ਹਾਲ ਇਹੋ ਹੀ ਹੈ ਕਿ ਥਾਂ ਥਾਂ ਤੇ ਕੈਂਸਰ ਕੈਂਪ ਲੱਗ ਰਹੇ ਆ, ਕਾਲਾ ਪੀਲੀਆ ਕੈਂਪ ਲੱਗ ਰਹੇ ਆ। ਹੁਣ ਤੇ ਅੰਤੜੀਆਂ ਦੇ ਰੋਗਾਂ ਦੇ ਕੈਂਪ ਵੀ ਸ਼ੁਰੂ ਹੋ ਗਏ ਆ। ਕਦੇ ਅੱਖਾਂ ਦੇ ਕੈਂਪ ਲੱਗਦੇ ਹੁੰਦੇ ਸੀ ਇਕੱਲੇ, ਕਦੇ ਕਦਾਈ ਵੇਖਣਾ, ਹੁਣ ਤੇ ਬਹੁਤ ਕੁਝ ਦੰਦਾਂ ਦੇ ਕੈਂਪ ਲੱਗਣ ਡਏ ਆ। ਇਹਦਾ ਮਤਲਬ ਆ ਕਿ ਸਾਡਾ ਪੰਜਾਬ ਹੈ ਜਿਹੜਾ ਬਿਮਾਰਖਾਨਾ ਹੀ ਬਣ ਕੇ ਰਹਿ ਗਿਆ। ਤਾਂ ਜਿਹੜੀਆਂ ਇਹਦੀਆਂ ਸਿਸਕੀਆਂ ਸੁਣਨ ਵਾਲਾ ਕੋਈ ਨਹੀਂ ਆ। ਲੋਕਾਂ ਨੂੰ ਬੇਸ਼ੱਕ ਜਿੰਨਾ ਮਰਜ਼ੀ ਦਰਦ ਹੋਵੇ, ਬੇਸ਼ੱਕ ਜਿੰਨੀ ਮਰਜ਼ੀ ਪੀੜ ਹੋਵੇ, ਜਿਹੜੇ ਕੰਨਾਂ ਤੱਕ ਇਸ ਪੀੜ ਦੀ ਚੀਜ਼ ਪਹੁੰਚਣੀ ਆ, ਉਹਨਾਂ ਕੰਨਾਂ ਦੇ ਵਿੱਚ ਇਸ ਵੇਲੇ ਲੋਹੇ ਦੇ ਝੱਪੇ ਆਏ ਪਏ ਆ। ਜੀ ਵਾਕਈ। ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਟਿਕਟੋਕ ਦੇ ਉੱਤੇ ਗਰਲਫਰੈਂਡ ਨੂੰ ਇੰਪ੍ਰੈਸ ਕਰਨ ਦੇ ਲਈ ਨਹਿਰ 'ਚ ਮਾਰ ਲਈ ਛਾਲ ਤੇ ਗਵਾ ਬੈਠਾ ਜਾਨ। ਇੱਕ ਹੁੰਦੇ ਆ ਸ਼ਦਾਈ, ਇੱਕ ਹੁੰਦੇ ਆ ਕਦਾਈ। ਜਿਹੜੇ ਸ਼ਦਾਈ ਆ ਉਹਨਾਂ ਦਾ ਇਮਕਾਨ ਹੁੰਦਾ ਕਿਤੇ ਨਾ ਕਿਤੇ ਉਹ ਠੀਕ ਹੋ ਸਕਦੇ, ਜਿਹੜੇ ਕਦਾਈ ਆ ਉਹ ਕਦੇ ਠੀਕ ਨਹੀਂ ਹੋ ਸਕਦੇ, ਉਹਨਾਂ ਦਾ ਕਦੇ ਇਲਾਜ ਨਹੀਂ ਕੀਤਾ ਜਾ ਸਕਦਾ। ਮੁੰਡੇ ਨੇ ਆਪਣੀ ਜਾਨ ਗਵਾ ਲਈ ਆ, ਪਰ ਸਾਡੇ ਪੰਜਾਬ ਦੇ ਵਿੱਚ ਪਹਿਲੀ ਦਫਾ ਥੋੜੀ ਨਾ ਹੋਇਆ। ਆ ਥੋੜਾ ਸਮਾਂ ਪਹਿਲਾਂ ਉਹ ਤੁਸੀਂ ਵੀਡੀਓ ਵੇਖੀ ਆ, ਉਹ ਚੱਲਦੇ ਟਰੈਕਟਰ ਤੇ ਉਹ ਤਵੀਆਂ ਧੁੱਕਦੀਆਂ ਤੇ ਉਹ ਮੁੰਡਾ ਜਿਹੜਾ ਪੰਗੇ ਲੈਂਦਾ ਤੇ ਤਵੀਆਂ ਉੱਤੋਂ ਦੀ ਲੰਘ ਜਾਂਦੀਆਂ। ਫਿਰ ਮੈਨੂੰ ਯਾਦ ਆ ਲੁਧਿਆਣੇ ਦੇ ਕੋਲ 2 ਮੁੰਡੇ ਇਸੇ ਤਰ੍ਹਾਂ ਹੀ ਸੈਲਫੀ ਸੁਲਫੀ ਲੈਂਦੇ ਸੀ। ਪਤਾ ਨਹੀਂ, ਮੈਨੂੰ ਤਾਂ ਪਤਾ ਨਹੀਂ ਲੱਗਦਾ ਕੀ ਕਰਦੇ ਆ। ਉਹ ਟਿਕਟਾਕ ਬਣਾਉਂਦੇ ਸੀ ਜੇ ਕਿ ਸੈਲਫੀ ਲੈਂਦੇ ਸੀ। ਟ੍ਰੇਨ ਦੇ ਥੱਲੇ ਕੱਟੇ ਗਏ ਸਨ ਦੋਵੇਂ ਆ ਕੇ। ਤੇ ਕਿੰਨੀਆਂ ਘਟਨਾਵਾਂ ਮੈਨੂੰ ਯਾਦ ਆ ਥੋੜਾ ਸਮਾਂ ਪਹਿਲਾਂ ਇੱਕ ਮੁੰਡੇ ਨੇ ਪਿਸਤੌਲ ਕੱਢ ਲਿਆ, ਘਰੇ ਕੋਈ ਹੈ ਨਹੀਂ ਸੀਗਾ, ਉਹ ਬਣਾਉਣ ਲੱਗਾ ਵੀਡੀਓ ਤੇ ਉਹਦਾ ਸਾਰਾ ਉਤਲਾ ਜਿਹੜਾ ਪਾਰਟ ਸੀਗਾ ਸਿਰ ਵਾਲਾ ਸਾਰਾ ਉੱਡ ਗਿਆ ਸੀਗਾ। ਤਾਂ ਕਹਿੰਦਾ ਮਤਲਬ ਇਹ ਕਿ ਇੱਕ ਸ਼ਰਾਈ ਪੁਣਾ ਹੈ ਇਹ। ਬਿਲਕੁਲ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮੁੰਡੇ ਕੁੜੀਆਂ ਇਸ ਚੱਕਰ ਦੇ ਵਿੱਚ ਜਨੂਨੀ ਹੋਏ ਪਏ ਆ। ਅਕਲ ਹੀ ਨਹੀਂ ਰਹਿ ਜਾਂਦੀ ਕਿ ਅਸੀਂ ਆਪਣੀ ਜ਼ਿੰਦਗੀ ਡਾਹ ਤੇ ਲਾ ਰਹੇ ਹਾਂ। ਤਾਂ ਇਹ ਘਟਨਾ ਜਿਹੜੀ ਆ ਬੜੀ ਦਿਲ ਕਬਾਊ ਘਟਨਾ ਕੱਲ ਖੁਰਦ ਦੇ ਲਾਗਿਓਂ ਜਿਹੜੀ ਨਹਿਰ ਲੰਘਦੀ ਆ ਉਸ ਨਹਿਰ ਤੇ ਵਾਪਰੀ ਆ, ਜਿੱਥੇ ਦੱਸਦੀ ਆ ਕਿ ਇੱਕ 18 ਸਾਲ ਦਾ ਲੜਕਾ ਸੀਗਾ ਤੇ ਉਹ ਆਪਣੇ ਦੋਸਤ ਤੋਂ ਕੈਮਰਾ ਆਨ ਕਰਵਾ ਕੇ ਛਾਲ ਮਾਰਦਾ, ਇਸ ਕਰਕੇ ਕਿ ਮੈਂ ਆਪਣੀ ਗਰਲਫਰੈਂਡ ਨੂੰ ਦਿਖਾ ਸਕਾਂ ਕਿ ਮੈਂ ਕਿੰਨਾ ਬਹਾਦਰ ਹਾਂ। ਜਦ ਉਹਨੇ ਛਾਲ ਮਾਰੀ ਉਹ ਥੱਲੇ ਪੱਥਰ ਸੀਗਾ, ਕਿਉਂਕਿ ਕਈ ਥਾਈਂ ਜਿਹੜੇ ਪੁਲ ਹੁੰਦੇ ਆ ਨਾ ਜਾਂ ਜਿੱਦਾਂ ਰੇਲਵੇ ਕ੍ਰਾਸਿੰਗ ਆ, ਇਹਨਾਂ ਦੇ ਥੱਲੇ ਪੱਥਰ ਆ ਕੇ ਲੱਗ ਜਾਂਦੇ ਆ। ਤਾਂ ਉਹਨੇ ਛਾਲ ਮਾਰੀ, ਉਹ ਮੁੰਡੇ ਦਾ ਸਿਰ ਜਿਹੜਾ ਸੀ ਪੱਥਰ ਨਾਲ ਟਕਰਾਇਆ,
ਤੇ ਫਿਰ ਉੱਥੇ ਬੰਦਿਆਂ ਨੇ ਕੱਢਿਆ ਕੁੱਢਿਆ, ਘਰਦਿਆਂ ਨੂੰ ਸੱਦਿਆ, ਜਦ ਤੱਕ ਉਹਨੂੰ ਹਸਪਤਾਲ ਖੜਿਆ ਤਦ ਤੱਕ ਉਹਦੀ ਮੌਤ ਹੋ ਚੁੱਕੀ ਸੀ। ਸੋ ਇਹ ਕੰਮ ਜਿਹੜੇ ਆ ਉਹ ਆਪ ਹੀ ਨਹੀਂ ਕਰਨੇ ਚਾਹੀਦੇ। ਇਹਦੇ 'ਚ ਹੁਣ ਅਸੀਂ ਸਰਕਾਰ ਨੂੰ ਜਾਂ ਕਰਤਾਰ ਨੂੰ ਥੋੜ੍ਹੀ ਨਾ ਦੋਸ਼ ਦੇਵਾਂਗੇ, ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਆਪਣੀ ਵੀ ਜ਼ਿੰਮੇਵਾਰੀ ਆ। ਹੁਣ 18 ਸਾਲ ਦਾ ਬੱਚਾ ਕੋਈ ਛੋਟੀ ਉਮਰ ਦਾ ਬੱਚਾ ਤੇ ਹੈ ਨਹੀਂ ਗਾ, ਉਹਨੂੰ ਸਮਝ ਹੋਣੀ ਚਾਹੀਦੀ ਹੈ ਕਿ ਮੈਂ ਕੀ ਕਰਨ ਜਾ ਰਿਹਾ, ਕੀ ਕਰਨ ਜਾ ਰਿਹਾ। ਤਾਂ ਇਹੋ ਜਿਹੀ ਜਿਹੜੀ ਇਸ ਵੇਲੇ ਪੀੜ੍ਹੀ ਆ ਜੋ ਟਿਕਟੋਕ ਤੇ ਛਾਈ ਪਈ, ਇੱਕ ਤੇ ਨਾ ਟਿਕਟੋਕ ਨੇ ਵਾਕਿਆ ਹੀ ਸਾਡੇ ਪੰਜਾਬੀਆਂ ਦਾ ਤੇ ਬਹੁਤ ਹੀ ਬੇੜਾ ਗਰਕ ਕੀਤਾ ਹੋਇਆ। ਕਦੇ ਜੋਨੀ ਬਾਬਾ ਬਣ ਕੇ ਕੋਈ ਪਾਈ ਜਾਂਦਾ, ਕੋਈ ਚੁੰਮੇ ਵਾਲਾ ਬਣ ਕੇ ਪਾਈ ਜਾਂਦਾ, ਪਤਾ ਨਹੀਂ ਕਿਆ ਕਿਆ ਕਰੀ ਜਾਂਦੇ ਸਾਰਾ ਦਿਨ। ਸਾਡੇ ਤਾਂ ਜਵਾਕ ਵੇਖੋ ਕਿੰਨੇ ਜਵਾਕ ਜਿਹੜੇ ਟਿਕਟੋਕ ਤੇ ਆਏ ਪਏ ਆ। ਮੇਰਾ ਤੇ ਆਪਦਾ ਇੱਕ ਭਤੀਜਾ ਸੱਚ ਪੁੱਛ ਉਹ ਵੀ ਟਿਕਟੋਕ ਦਾ ਸ਼ੌਕੀਨ ਆ, ਉਹ ਵੇਖੀ ਜਾਂਦੇ ਆ ਤੇ ਨਾਲ ਉਹ ਗਾਈ ਜਾਂਦੇ, ਨਾਲ ਬਣਾਈ ਜਾਂਦੇ ਆ। ਸੋ ਕਹਿਣ ਦਾ ਮਤਲਬ ਇਹ ਕਿ ਸਮਝਾਉਣਾ ਚਾਹੀਦਾ ਕਿ ਠੀਕ ਆ, ਮਨੋਰੰਜਨ ਹੈ ਤੁਹਾਡਾ, ਤੁਹਾਡੇ ਹੱਥ ਟੈਕਨੋਲੋਜੀ ਨੇ ਬਹੁਤ ਵੱਡੀਆਂ ਚੀਜ਼ਾਂ ਦਿੱਤੀਆਂ ਨੇ, ਤੁਸੀਂ ਇਸਤੇਮਾਲ ਕਰੋ, ਉਹਨਾਂ ਦਾ ਬੈਠ ਕੇ ਕਰੋ, ਉਹਨਾਂ ਦਾ ਆਪਣੇ ਬੈਡਰੂਮ 'ਚ ਕਰੋ। ਇਹੋ ਜਿਹੀਆਂ ਥਾਵਾਂ ਤੇ ਜਾ ਕੇ ਜੇ ਕਰੋਗੇ ਤਾਂ ਇਹ ਟੈਕਨੋਲੋਜੀ ਹੈ ਜਿਹੜੀ ਉਹ ਫਿਰ ਬਾਰੂ ਵੀ ਬਣ ਜਾਂਦੀ ਹੈ। ਜੀ ਜੀ, ਬੜੀ ਅਫਸੋਸ ਵਾਲੀ ਗੱਲ ਆ ਕਿ ਪੀੜ੍ਹੀ ਪਤਾ ਨਹੀਂ ਕਿਹੜੇ ਪਾਸੇ ਨੂੰ ਜਿਹੜੀ ਉਹ ਲੱਗ ਰਹੀ ਆ। ਅਗਲੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ, ਕਹਿੰਦੇ ਪੰਜਾਬਣ ਬਾਕਸਰ ਸਿਮਰਨਜੀਤ ਦੀ ਓਲੰਪਿਕ ਦੀ ਕਹਿੰਦੇ ਟਿਕਟ ਹੋਈ ਪੱਕੀ, ਕੁਆਲੀਫਾਈ ਕਰ ਗਈ ਹੈ। ਹਾਂਜੀ ਬਿਲਕੁਲ, ਇਹ ਚੱਕਰ ਪਿੰਡ ਦੀ ਕੁੜੀ ਆ। ਚੱਕਰ ਪਿੰਡ ਇੱਕ ਤੇ ਇਸ ਗੱਲੋਂ ਜਾਣਿਆ ਜਾਂਦਾ ਕਿ ਉੱਥੇ ਇੱਕ NRI ਨੇ ਜਿਹੜੀ ਜੋਤ ਜਗਾਈ ਸੀਗੀ, ਉਹਦੇ ਨਾਲ ਇਹ ਸਾਰਾ ਪਿੰਡ ਹੈ ਜਿਹੜਾ ਰੌਸ਼ਨ ਹੋਇਆ, ਪੂਰੇ ਸੰਸਾਰ ਦੇ ਵਿੱਚ ਇਹਦਾ ਨਾਂ ਆ। ਕਿਉਂਕਿ ਪਿੰਡ 'ਚ ਤੁਸੀਂ ਜਾ ਕੇ ਵੇਖੋਗੇ ਤੇ ਰੂਹ ਖੁਸ਼ ਹੋ ਜਾਂਦੀ ਹੈ ਚੱਕਰ ਪਿੰਡ ਦੇ ਵਿੱਚ ਜਾ ਕੇ। ਅਜਮੇਰ ਸਿੰਘ ਸਿੱਧੂ ਹੁਰੀ ਇਸ ਸੰਸਾਰ 'ਚ ਹੈ ਨਹੀਂ ਜਿਨ੍ਹਾਂ ਨੇ ਉਹ ਸਾਰਾ ਕਾਰਜ ਆਰੰਭਿਆ ਸੀਗਾ, ਪਰ ਅੱਜ ਉਹਨਾਂ ਦਾ ਜਿਹੜਾ ਲਾਇਆ ਬੂਟਾ ਉਹ ਇਸ ਵੇਲੇ ਪੂਰਾ ਹਰਿਆ ਭਰਿਆ ਹੋ ਗਿਆ। ਤਾਂ ਇਹ ਉਹਨਾਂ ਨੇ ਇੱਕ ਅਕੈਡਮੀ ਖੋਲ੍ਹੀ ਸੀ ਜੀ, ਬਾਕਸਿੰਗ ਅਕੈਡਮੀ ਆ ਜਿਹੜੀ, ਤਾਂ ਉਹਦੇ ਵਿੱਚੋਂ ਹੀ ਇਹ ਕੁੜੀ ਨਿਕਲੀ ਆ, ਸਿਮਰਨਜੀਤ ਕੌਰ ਇਹਦਾ ਨਾਮ ਆ। ਇਹਨੇ ਟੋਕੀਓ ਓਲੰਪਿਕ ਵਾਸਤੇ ਟਿਕਟ ਹਾਸਲ ਕਰ ਲਈ ਆ। ਪਹਿਲੀ ਪੰਜਾਬੀ ਕੁੜੀ ਹੋਏਗੀ ਜਿਹੜੀ ਉੱਥੇ ਮੈਡਲ ਵਾਸਤੇ ਮੁੱਕਾ ਮਾਰੇਗੀ। ਹੁਣ ਮੁੱਕਾ ਮੈਡਲ ਤੇ ਲੱਗਦਾ ਹੈ ਜਾਂ ਨਹੀਂ ਲੱਗਦਾ, ਕਿਉਂਕਿ ਬਹੁਤ ਤਗੜਾ, ਬਹੁਤ ਹਾਰਡ ਕੰਪੀਟੀਸ਼ਨ ਹੁੰਦਾ, ਪਰ ਫਿਰ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਘੱਟੋ ਘੱਟ ਸਾਡੇ ਵਾਸਤੇ ਕਿ ਸਾਡੀ ਪੰਜਾਬਣ ਬੱਚੀ ਹੈ ਜਿਹੜੀ ਇਸ ਵੇਲੇ ਟੋਕੀਓ ਓਲੰਪਿਕ ਦੇ ਬੂਹੇ ਤੇ ਜਾ ਖਲੋਤੀ ਆ। ਤੇ ਬੂਹਾ ਖੋਲ੍ਹੋ ਹੁਣ ਜਰਾ ਮੇਰਾ ਵੀ ਕਸੁੰਨ ਵੇਖੋ। ਨਹੀਂ ਬਿਲਕੁਲ, ਉਹ ਹੋਪਫੁਲੀ ਆਉਣ ਵਾਲੇ ਸਮੇਂ 'ਚ ਇੱਦਾਂ ਦੀਆਂ ਕੁੜੀਆਂ ਤੇ ਇੱਦਾਂ ਦੇ ਖਿਡਾਰੀਆਂ ਦੇ ਉੱਤੇ ਮੂਵੀਆਂ ਬਣਨ, ਨਾ ਕਿ ਗੈਂਗਸਟਰਾਂ 'ਤੇ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।